ਸਤਨਾਮ ਵਾਹਿਗੁਰੂ ਸਾਹਿਬ ਜੀ। ਤੂੰ ਸੁਲਤਾਨ ਕਹਾਂ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨ ਜਾਏ। ਤੇਰੇ ਗੁਣ ਗਾਵਾਂ ਦੇਹ ਬੁਝਾਈ। ਜੈਸੇ ਸੱਚ ਮੈਂ ਰਹੂੰ ਰਜਾਈ। ਦਇਆ ਕਰੋ ਦਇਆਲ, ਆਪਣੀ ਸਿਫਤ ਦੇ। ਦਰਸ਼ਨ ਦੇਖ ਨਿਹਾਲ, ਨਾਨਕ ਪ੍ਰੀਤ ਇਹ। ਜੁਗੋਂ ਜੁਗ ਅਟਲ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਸਜੇ ਹੋਏ ਹਫ਼ਤਾਵਾਰੀ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਸਤਸੰਗੀ ਜਨੋ, ਗੁਰੂ ਚਰਨਾਂ ਵਿੱਚ ਸੁਭਾਏਮਨ ਹੋ ਕੇ ਆਪ ਜੀ ਨੇ ਆਸਾ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਆਓ ਸਿੱਖ ਰਹਿਤ ਮਰਿਆਦਾ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਗੁਰ ਫਤਿਹ ਦੀ ਸਾਂਝ ਪਾਈਏ। ਸਮੂਹ ਸੰਗਤ ਅਸੀਸ ਬਖਸ਼ੋ, ਗੁਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਰਹਿਤ ਮਰਜ਼ਾਦਾ ਦੀ ਲੜੀਵਾਰ ਵਿਚਾਰ ਦੇ ਵਿੱਚ ਅਸੀਂ ਗੁਰਮਤਿ ਦੀ ਰਹਿਣੀ, ਜਿਹਦੀ 4 ਨੰਬਰ ਮੱਧ, ਸੱਸਾ ਨੰਬਰ ਮੱਧ ਭਾਵ ਨੰਬਰ 4, ਸਿੱਖ ਰਹਿਤ ਮਰਿਆਦਾ ਦਾ ਪੇਜ ਨੰਬਰ 20, ਜਿਸ ਤੇ ਕੁਝ ਸੰਸਾਰ ਦੇ ਵਿੱਚ ਪ੍ਰਚਲਿਤ ਰਸਮਾਂ ਕਰਮ ਕਾਂਡਾਂ ਦਾ ਜ਼ਿਕਰ ਕਰਕੇ ਸਿੱਖ ਨੂੰ ਸੁਚੇਤ ਕੀਤਾ ਗਿਆ ਕਿ ਸਿੱਖ ਇਹ ਕੰਮਾਂ ਵਿੱਚ ਵਿਸ਼ਵਾਸ ਨਹੀਂ ਰੱਖਦਾ, ਇਹ ਕਰਮ ਨਹੀਂ ਕਰਦਾ। ਉਹਨਾਂ ਵਿੱਚੋਂ 2 ਹਫ਼ਤੇ ਆਪਾਂ ਕੁਝ ਕੁ ਕਰਮਾਂ ਦੀ ਵਿਚਾਰ ਕੀਤੀ ਹੈ। ਅੱਜ ਉਸ ਲੜੀ ਦੇ ਵਿੱਚ ਅੱਗੇ ਚੱਲਣ ਤੋਂ ਪਹਿਲਾਂ ਇਸ ਨਿਯਮ ਨੂੰ ਸਾਰੇ ਨੂੰ ਮੈਂ ਮੁਕੰਮਲ ਪੜ੍ਹ ਕੇ ਆਪ ਜੀ ਨੂੰ ਸੁਣਾਵਾਂ, ਫਿਰ ਆਪਾਂ ਵਿਚਾਰ ਨਾਲ ਸਾਂਝ ਪਾਵਾਂਗੇ। ਗੁਰਮਤਿ ਦੀ ਰਹਿਣੀ ਸੱਸਾ, ਜਾਤ ਪਾਤ ਛੂਤ ਛਾਤ, ਜੰਤਰ ਮੰਤਰ ਤੰਤਰ, ਸ਼ਗਨ ਤਿਥ ਮਹੂਰਤ, ਗ੍ਰਹਿ ਰਾਸ਼, ਸਰਾਧ ਪਿੱਤਰ ਖਿਆ, ਪਿੰਡ ਪੱਤਲ, ਦੀਵਾ ਕਿਰਿਆ ਕਰਮ, ਹੋਮ ਜਗ ਤਰਪਣ, ਸਿੱਖਾ ਸੂਤ, ਭਦਣ ਇਕਾਦਸ਼ੀ ਪੂਰਨਮਾਸੀ ਆਦਿ ਦੇ ਵਰਤ, ਤਿਲਕ ਜੰਨੂ ਤੁਲਸੀ, ਮਾਲਾ ਗੋਰ ਮਠ ਮੜੀ, ਮੂਰਤੀ ਪੂਜਾ ਆਦ,
ਭਰਮ ਰੂਪ ਕਰਮਾਂ ਉੱਤੇ ਨਿਸ਼ਚਾ ਨਹੀਂ ਕਰਨਾ। ਗੁਰ ਅਸਥਾਨ ਤੋਂ ਬਿਨਾ ਕਿਸੇ ਅਨ ਧਰਮ ਦੇ ਤੀਰਥ ਜਾਂ ਧਾਮ ਨੂੰ ਆਪਣਾ ਅਸਥਾਨ ਨਹੀਂ ਮੰਨਣਾ। ਪੀਰ ਬ੍ਰਾਹਮਣ ਪੁੱਛਣਾ ਸੁਖਣਾ ਸ਼ੀਰਨੀ ਵੇਦ ਸ਼ਾਸਤਰ ਗਾਇਤਰੀ ਗੀਤਾ ਕੁਰਾਨ ਅੰਜੀਲ ਆਦਿ ਉੱਤੇ ਨਿਸ਼ਚਾ ਨਹੀਂ ਕਰਨਾ। ਹਾਂ ਆਮ ਵਾਕਫੀ ਲਈ ਅਨ ਮਤਾਂ ਦੇ ਗ੍ਰੰਥਾਂ ਦਾ ਪੜ੍ਹਨਾ ਯੋਗ ਹੈ। ਇਹਨਾਂ ਵਿੱਚੋਂ ਆਪਾਂ ਜਾਤ ਪਾਤ ਛੂਤ ਛਾਤ ਜੰਤਰ ਮੰਤਰ ਤੰਤਰ ਤੇ ਸ਼ਗਨ ਇਹਨਾਂ ਚਾਰਕ ਕਰਮ ਕਾਂਡਾਂ ਨੂੰ ਭਰਮਾ ਸੰਸਾਰ ਵਿੱਚ ਜਿਹੜੇ ਪ੍ਰਚਲਿਤ ਨੇ ਉਹਨਾਂ ਦੀ ਆਪਾਂ ਗੁਰਮਤ ਅਨੁਸਾਰ ਵਿਚਾਰ ਕਰਨ ਦਾ ਉਪਰਾਲਾ 2 ਹਫ਼ਤਿਆਂ ਤੋਂ ਕਰਦੇ ਆ ਰਹੇ ਹਾਂ। ਅੱਜ ਜਿਹੜਾ ਵਿਚਾਰ ਹੈ ਇੱਥੋਂ ਆਰੰਭ ਹੋਣਾ ਹੈ। ਤਿਥ ਮਹੂਰਤ ਗ੍ਰਹਿ ਰਾਸ ਸਰਾਧ ਪਿਤਰ ਖਿਆ। ਸਭ ਤੋਂ ਪ੍ਰਥਮ ਹੈ ਤਿਥ। ਇਹਦਾ ਸੰਬੰਧ ਵੈਸੇ ਤਿਥ ਦਾ ਜਿਹੜਾ ਮਤਲਬ ਹੈ ਤਿਥ ਦਾ ਅਰਥ ਹੈ ਤਿਥੀ ਮਿਤੀ ਤਰੀਕ ਜਿਹਨੂੰ ਆਪਾਂ ਤਰੀਕ ਕਹਿੰਦੇ ਆ ਡੇਟ ਕਹਿੰਦੇ ਆ। ਭਾਵ ਤਿਥ ਤੋਂ ਅਰਥ ਹੈ ਮਿਤੀ ਤਿਥ ਤਰੀਕ। ਇਹਦਾ ਸੰਬੰਧ ਹੈ ਚੰਦਰਮਾ ਦੀ ਚਾਲ ਦੇ ਨਾਲ ਵਧਣ ਘਟਣ ਦੇ ਨਾਲ। ਤੇ ਜਦੋਂ ਮੱਸਿਆ ਤੋਂ ਲੈ ਕੇ ਪੂਰਨਮਾਸੀ ਵਾਲੇ ਸਮੇਂ ਨੂੰ ਕਹਿੰਦੇ ਨੇ ਸ਼ਕੁਲ ਭਾਵ ਚਿੱਟਾ ਸ਼ੁੱਧ ਸੁਦੀ ਪੱਖ। ਜੰਤਰੀ ਵੇਖਦੇ ਆ ਤੁਸੀਂ ਕਦੀ ਖਿਆਲ ਕੀਤਾ ਹੋਏਗਾ ਮੱਸਿਆ ਤੋਂ ਲੈ ਕੇ ਪੂਰਨਮਾਸੀ ਤੱਕ ਉੱਥੇ ਸਾਰੇ ਵਾਰਾਂ ਦੇ ਉੱਤੇ ਲਿਖਿਆ ਹੁੰਦਾ ਵੀ ਸੁਦੀ। ਤੇ ਪੂਰਨਮਾਸੀ ਤੋਂ ਲੈ ਕੇ ਮੱਸਿਆ ਦੇ ਜਿਹੜੇ 15 ਦਿਨ ਹੈ ਉਹਨੂੰ ਕਹਿੰਦੇ ਨੇ ਬਾਹੁਲ ਕਾਲਾ ਵੱਧ ਫਿਰ ਵਧੀ ਪੱਖ ਸੁਦੀ ਪੱਖ ਫਿਰ ਦੁਹਰਾਵਾਂ। ਮੱਸਿਆ ਤੋਂ ਲੈ ਕੇ ਹਨੇਰੇ ਤੋਂ ਚਾਨਣ ਤੱਕ ਦਾ ਸਫ਼ਰ ਕਿਉਂਕਿ ਪੂਰਨਮਾਸੀ ਵਾਲੇ ਦਿਨ ਚੰਦਰਮਾ ਪੂਰਾ ਹੁੰਦਾ ਹੈ ਉਹਨੂੰ ਕਹਿੰਦੇ ਨੇ ਸੁਦੀ। ਔਰ ਪੂਰਨਮਾਸੀ ਤੋਂ ਮੱਸਿਆ ਤੱਕ ਮੱਸਿਆ ਵਾਲੇ ਦਿਨ ਅੱਤ ਅੰਧੇਰੀ ਰਾਤ ਹੁੰਦੀ ਹੈ ਉਹਨੂੰ ਕਹਿੰਦੇ ਨੇ ਵਧੀ ਪੱਖ। ਗੁਰਮਤ ਦੇ ਵਿੱਚ ਗੁਰਮਤ ਅਨੁਸਾਰ ਕਿਸੇ ਵੀ ਤਿਥ ਮਿਤੀ ਨੂੰ ਸ਼ੁਭ ਅਸ਼ੁਭ ਮੰਨਣਾ ਬਹੁਤ ਵੱਡਾ ਭਰਮ ਹੈ। ਇਹ ਉਹ ਲਿਸਟ ਵਿੱਚ ਆਈ ਹੈ ਬਾਤ ਵੀ ਜਿਹੜੇ ਸਿੱਖ ਨੇ ਨਹੀਂ ਕਰਨੇ, ਜਿਨ੍ਹਾਂ 'ਚ ਵਿਸ਼ਵਾਸ ਨਹੀਂ ਕਰਨਾ। ਸਿਰਫ ਸਮਝਣ ਵਾਸਤੇ ਮੈਂ ਬੇਨਤੀ ਕਰ ਰਿਹਾ ਵੀ ਇਹਦਾ ਪਿਛੋਕੜ ਕੀ ਹੈ ਇਹਨਾਂ ਗੱਲਾਂ ਦਾ। ਤੇ ਸਿੱਖ ਨੇ ਕਿਸੇ ਤਰ੍ਹਾਂ ਦੀ ਥਿਤ ਮਿਤੀ ਤਰੀਕ ਦਾ ਚੰਗੇ ਭਲੇ ਹੋਣਾ ਇਹਦੇ ਭਰਮ ਵਿੱਚ ਨਹੀਂ ਪੈਣਾ। ਇਸ ਕਰਕੇ ਸਿੱਖ ਵਾਸਤੇ ਪੰਚਮੀ ਦਸਵੀਂ ਪੂਰਨਮਾਸੀ ਇਤਿਆਦਿਕ ਜਿਹੜੀਆਂ ਤਿਥਾਂ ਨੇ ਉਹ ਸਿੱਖ ਵਾਸਤੇ ਵਿਸ਼ੇਸ਼ ਕੋਈ ਮਹਾਨਤਾ ਵਾਲੀਆਂ ਨਹੀਂ। ਜਿਸ ਤਰ੍ਹਾਂ ਦੇ ਦੂਸਰੇ ਦਿਨ ਨੇ ਬਿਲਕੁਲ ਉਸੇ ਤਰ੍ਹਾਂ ਦੇ ਇਹ ਦਿਨ ਨੇ। ਇਹ ਗੁਰਮਤਿ ਦਾ ਪੱਖ ਹੈ। ਫਿਰ ਵਾਰ ਆਉਂਦੀ ਹੈ ਵਿਚਾਰ ਆਉਂਦੀ ਹੈ ਵਾਰਾਂ ਦੀ ਕਿ ਜਿਹੜੇ ਦਿਨ ਵਾਰ ਨੇ। ਜੋਤਿਸ਼ ਤੇ ਗਣਿਤ ਦੇ ਵਿਦਵਾਨਾਂ ਨੇ ਸਮੇਂ ਦੇ ਪ੍ਰਬੰਧ ਇੱਕ ਬਣਾਇਆ, ਇੱਕ ਕੈਲੰਡਰ ਤਿਆਰ ਕੀਤਾ। ਸੰਸਾਰ ਦੇ ਅੰਦਰ ਰਹਿੰਦਿਆਂ ਜ਼ਿੰਦਗੀ ਨੂੰ ਚਲਾਉਣ ਵਾਸਤੇ ਕੁਝ ਤਰੀਕੇ ਅਪਣਾਏ ਜਾਂਦੇ ਨੇ। ਉਹਦੇ ਤਹਿਤ ਕੈਲੰਡਰ ਬਣਾਏ ਗਏ। ਭਾਰਤ ਦੇ ਜੋਤਸ਼ੀਆਂ ਗਣਿਤ ਦੇ ਵਿਦਵਾਨਾਂ ਨੇ ਇਹਨਾਂ ਜਿਹੜੇ ਕੈਲੰਡਰ ਬਣਾਏ ਉਹਨਾਂ ਨੂੰ ਨਾਮ ਦਿੱਤਾ ਕਿ ਪਲ ਨਿਮਕ ਵਿਸਵੇ ਚਸੇ ਘੜੀਆਂ ਪਹਿਰ
इस तरह दिन ये सारी वंड जिहड़ी है उस समय दी वंड कीती गई सी एक प्रबंध चलाउण वास्ते। ते जिहड़े पश्चिमी विद्वान ने उन्होंने इस समय दी वंड कीती सकिंट मिनट घंटे दिन हफ्ते महीने। ते सारे विद्वाना ने जदों अपने कैलेंडर बनाए ने कुछ दिन वारां दे नाम जिहड़े ने कुछ ते नाम अपने देवतियां दे नाम ते उन्होंने रखे ने। हिंदुआं ने अपने हिसाब नाल, पश्चिमी विद्वाना ने अपने हिसाब नाल। कुछ ग्रहां दे नाम ते वारां दे नाम रखे गए, कुछ अपने देवतियां दे नाम ते वारां दे नाम रखे गए। उन्हां दे विच बेनती करां, पहला जिहड़ा ऐतवार तो शुरू करिए। ऐतवार हिंदू वीर सूरज नूं रवि कहंदे ने, इस करके उन्हां दे मुताबक जिहड़ा ऐतवार दा दिन है उहदा नाम रखिया गया रविवार। वार दा भाव दिन, रवि सूरज दा वार। सोमवार चंद्रमा दा वार। इसे ढंग दे नाल दूजे हफ्ते दे दिनां दे नाम रखे गए। पश्चिमी विद्वान नाम रखते ने रवि अर्थ हो गया सूरज। सूरज नूं अंग्रेजी विच सन कहंदे ने, ते उधर रविवार हो गया ते इधर संडे हो गया। इस ढंग दे नाल नाम होंद विच आए। मंडे मून कहंदे ने चंद्रमा नूं। हिंदू अपनी भाषा विच सोमवार बना लिया, इधर मून तो मंडे बन गया। बिल्कुल इसे ढंग दे नाल हफ्ते दे मंगलवार ग्रह दे नाम तो मैरस, बुधवार मरकरी, वीरवार भाव जिहड़ा बृहस्पति है वो प्लैनेट का नाम है जुपिटर, शुक्रवार वीनस, शनिचरवार सैटरन। इस ढंग दे नाल कुछ नाम जिहड़े ने वो देवतियां दे नाम नाल रखे गए ते कुछ नाम जिहड़े ने वो ग्रहां दे नाम ते हफ्ते दे दिनां दे वार रखे गए। पर हिंदुस्तान देश दे विच विपर ने फलत शास्त्र दी रचना करके कुछ दिन चंगे ने ते कुछ दिन माड़े ने। कुछ दिनां दे विच ग्रहां दा प्रभाव ठीक नहीं हुंदा ते कुछ दिनां विच हुंदा है। इस ढंग दे नाल फलत शास्त्र है एक, उहदे विच ये दिनां दा जिहड़ा विचार है शुभ अशुभ दा वो लिखिया गया। ते गुरमत दे विच गुरु साहिब पता की आखदे ने, कहण लगे सोई दिवस भला मेरे भाई, हर गुण गाए परमगत पाई। ओही दिवस ओही दिन भागा वाला, कोई दिन अशुभ नहीं है और कोई दिन शुभ नहीं है। सिख जिहड़ा है किसी मंगलवार वीरवार शनिश्चरवार नूं अशुभ नहीं मनदा, किसी बुधवार सोमवार नूं शुभ नहीं मनदा। सिख दे वास्ते सोमवार भी उवें दा है, सिख दे वास्ते वीरवार भी उवें दा। एक समय दी वंड है, इहदे नाल किसी धर्म दा किसी ग्रह दा कोई ताल्लुक नहीं है। पर जिन्हां लोकां ने अपनी पूजा भेटा दा प्रबंध करना सी, प्रसादे पानी दा पक्का प्रबंध करना सी, उन्हां ने शास्त्र रच के दिनां नूं माड़े चंगे प्रभाव वाले दस के आम सधारण लोकाई नूं लुटण दा प्रबंध कीता। पर जदों सिख गुरमत दे नाल ना जुड़ सकिया, सिख गुरु की बाणी दी विचार नालों टुट गया, ये भी इन्हां वारां दे भरमां विच पै गया ते अज तक है। कुछ क नूं छड्ड के कुछ क परसेंट गिणती आपां छड्ड सकदे हो, भी कोई बहुती नहीं। इस तरह मोटे रूप च कह दिया भी अद्धे तो ज़्यादा अजे भी असीं उस प्रभाव विच जी रहे हां। मंगलवार नूं सिर नहीं नहाउणा, केसी इशनान नहीं करना, वीरवार नूं कपड़े नहीं धोने। बकायदा पुरानियां मतावां नूं ते ख्याल होएगा
ਹੁਣ ਤੇ ਸਮੇਂ ਦੇ ਨਾਲ ਹਰ ਚੀਜ਼ ਦੀ ਸਮਝ ਆਉਂਦੀ ਜਾ ਰਹੀ ਹੈ, ਪਰ ਅੱਜ ਵੀ ਸਿੱਖ ਘਰਾਣਿਆਂ ਪਰਿਵਾਰਾਂ ਦੇ ਵਿੱਚ ਐਸੀਆਂ ਵਿਚਾਰਾਂ ਘਰ ਘਰ ਬੈਠੀਆਂ ਨੇ ਕਿ ਇਸ ਦਿਨ ਕੇਸੀ ਇਸ਼ਨਾਨ ਨਹੀਂ ਕਰਨਾ, ਇਸ ਦਿਨ ਕੱਪੜੇ ਨਹੀਂ ਧੋਣੇ। ਜਿਹੜਾ ਅਜੇ ਇੱਥੇ ਖੜਾ ਮੈਂ ਸਮਝਦਾ ਵੀ ਅਜੇ 100 ਕੁ ਸਾਲ ਦੁਨੀਆ ਨਾਲੋਂ ਪਿੱਛੇ ਖਲੋਤਾ ਹੋਇਆ। ਸਿੱਖ ਧਰਮ ਦੀ ਬਾਤ ਤੇ ਆਪਾਂ ਗੁਰਮਤਿ ਗਿਆਨ ਦੀ ਤੇ ਗੱਲ ਹੀ ਕੀ ਕਰਨੀ ਹੈ। ਤੇ ਇੱਕ ਮਹਾਨ ਸੱਚਾਈ ਹੈ ਜਿਹੜੀ ਗੁਰੂ ਸਾਹਿਬਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਪਰ ਦੁਨੀਆਦਾਰੀ ਤੌਰ ਤੇ ਵੀ ਜਿਹੜਾ ਬੰਦਾ ਅੱਜ ਤੱਕ ਇਸ਼ਨਾਨ ਕਰਨ ਤੇ ਕੱਪੜੇ ਧੋਣ ਵਰਗੇ ਭਰਮ ਲੈ ਕੇ ਬੈਠਾ ਜੇ 100 ਸਾਲ ਪਿੱਛੇ ਜੀ ਰਿਹਾ, ਘੱਟ ਤੋਂ ਘੱਟ। ਸਤਿਗੁਰੂ ਪਾਤਸ਼ਾਹ ਆਖਦੇ ਨੇ ਥਿੱਤਾਂ ਵਾਰਾਂ ਨੂੰ ਚੰਗੇ ਮੰਦੇ ਸਮਝਣਾ ਜਿਹੜਾ ਹੈ ਉਹ ਇੱਕ ਭਰਮ ਹੈ, ਇੱਕ ਬਹੁਤ ਵੱਡੀ ਅਗਿਆਨਤਾ ਹੈ। ਗੁਰੂ ਸਾਹਿਬ ਨੇ ਇੱਥੋਂ ਤੱਕ ਆਖਿਆ, ਕਹਿਣ ਲੱਗੇ ਆਪੇ ਪੂਰਾ ਕਰੇ ਸੋ ਹੋਏ, ਇਹ ਥਿੱਤੀ ਵਾਰ ਦੂਜਾ ਦੋਏ, ਸਤਿਗੁਰ ਬਾਝੋਂ ਅੰਧ ਗੁਬਾਰ, ਥਿੱਤੀ ਵਾਰ ਸੇਵੈ ਮੁਗਧ ਗਵਾਰ। ਥਿੱਤੀਆਂ ਵਾਰਾਂ ਨੂੰ ਸੇਵਣ ਵਾਲੇ ਲੋਕ ਸਿਆਣੇ ਨਹੀਂ, ਸਗੋਂ ਮੂਰਖ ਤੇ ਗਵਾਰ ਨੇ। ਗੁਰਮਤ ਹੈ, ਗੁਰਮਤ ਦਾ ਗਿਆਨ ਹੈ, ਗੁਰਬਾਣੀ ਦਾ ਸ਼ਬਦ ਹੈ ਕਿ ਗੁਰੂ ਸਾਹਿਬ ਸਾਨੂੰ ਕਹਿੰਦੇ ਨੇ ਅਸੀਂ ਕਿਸੇ ਚੰਗੇ ਮਾੜੇ ਦਿਨਾਂ ਦੇ ਵਹਿਮਾਂ ਭਰਮਾਂ ਵਿੱਚ ਨਹੀਂ ਪੈਂਦੇ। ਜਿਹੜਾ ਗੁਰੂ ਦਾ ਸਿੱਖ ਹੈ ਨਾ, ਗੁਰੂ ਦੇ ਗਿਆਨ ਮੁਤਾਬਕ ਜੀਣ ਵਾਲਾ, ਉਹਦੇ ਵਾਸਤੇ ਮੈਂ ਫਿਰ ਦੁਹਰਾ ਦਿਆਂ, ਕੋਈ ਵਾਰ ਅਸ਼ੁਭ ਨਹੀਂ ਤੇ ਕੋਈ ਸ਼ੁਭ ਨਹੀਂ, ਸਾਰੇ ਵਾਰ ਇੱਕੋ ਜਿਹੇ ਨੇ। ਤੇ ਗੁਰੂ ਸਾਹਿਬ ਨੇ ਸਾਨੂੰ ਕਿਰਪਾ ਕੀਤੀ ਹੈ ਕਿ ਇੱਥੇ ਤਿੱਥਾਂ ਇਤਿਆਦਿਕ ਦੇ ਭਰਮ ਵਿੱਚ ਪੈਣਾ ਜਿਹੜਾ ਇਹ ਬਾਤ ਗੁਰਮਤ ਅਨੁਸਾਰੀ ਨਹੀਂ। ਇਹਦੇ ਤਹਿਤ ਹੀ ਮੈਂ ਨਾਲ ਦੀ ਨਾਲ ਬੇਨਤੀ ਕਰਦਾ ਜਾਵਾਂ ਕਿ ਸਿੱਖਾਂ ਨੂੰ ਪੰਚਮੀਆਂ, ਦਸਮੀਆਂ, ਪੂਰਨਮਾਸ਼ੀਆਂ, ਸੰਗਰਾਂਦਾਂ ਇਤਿਆਦਿਕ ਦਿਨ ਦਿਹਾੜੇ ਮਹਾਨਤਾ ਵਾਲੇ ਸਮਝ ਕੇ ਮਨਾਉਣੇ ਗੁਰਮਤ ਨਹੀਂ ਹੈ। ਇਹ ਤੇ ਅਗਲੀ ਗੱਲ ਮਹੂਰਤ। ਮਹੂਰਤ ਕਹਿੰਦੇ ਨੇ ਵੈਸੇ ਤੇ 2 ਘੜੀਆਂ ਤੇ 12 ਛਿਨਾਂ ਦਾ ਨਾਮ ਮਹੂਰਤ ਹੈ, ਸਮੇਂ ਦੀ ਵੰਡ ਹੈ। ਪੁਰਾਣੇ ਸਮੇਂ ਵਿੱਚ ਮਹੂਰਤ ਘੜੀ ਪਲ, ਕੁਝ ਬਜ਼ੁਰਗ ਬੈਠੇ ਹੋ ਬਕਾਇਦਾ ਖਿਆਲ ਹੋਵੇਗਾ ਕਿ 8 ਪਹਿਰ 24 ਘੰਟਿਆਂ ਨੂੰ ਕਹਿੰਦੇ ਨੇ। 3 ਘੰਟੇ ਦਾ ਇੱਕ ਪਹਿਰ ਹੁੰਦਾ ਹੈ, ਤਕਰੀਬਨ 24 ਮਿੰਟ ਦੀ ਇੱਕ ਘੜੀ ਹੁੰਦੀ ਹੈ। ਇਸ ਢੰਗ ਦੇ ਨਾਲ ਪੁਰਾਣੇ ਸਮੇਂ ਵਿੱਚ ਵੰਡ ਕੀਤੀ ਗਈ। ਅੱਜ ਕੋਈ ਬੰਦਾ ਉਸ ਹਿਸਾਬ ਨਾਲ ਆਪਣੀ ਜ਼ਿੰਦਗੀ ਨਹੀਂ ਜਿਉਂਦਾ। ਅੱਜ ਤੇ ਇਸ ਕੈਲੰਡਰ ਦੇ ਮੁਤਾਬਕ, ਇਸ ਟਾਈਮ ਦੇ ਮੁਤਾਬਕ ਜੀਵਿਆ ਜਾ ਰਿਹਾ, ਜਿਹੜਾ ਸਾਰੀ ਦੁਨੀਆ ਵਿੱਚ ਇੱਕ ਸਮਾਨਤਾ ਨਾਲ ਲਗਭਗ ਚੱਲ ਰਿਹਾ। ਕੁਝ ਕੁ ਦੇਸ਼ਾਂ ਦੀ ਆਪਣੀ ਗੱਲਬਾਤ ਹੋ ਸਕਦੀ ਹੈ। ਖੈਰ, ਮਹੂਰਤ ਦਾ ਅਰਥ ਹੈ ਉਹ ਸਮਾਂ ਲਗਭਗ 50 ਮਿੰਟ ਦੇ ਸਮੇਂ ਨੂੰ ਮਹੂਰਤ ਕਹਿੰਦੇ ਨੇ। 2 ਘੜੀਆਂ ਤੇ 12 ਛਿਨ। ਪਰ ਜਿਨ੍ਹਾਂ ਨੇ ਭਰਮਾਂ ਵਿੱਚ ਪਾਉਣਾ ਸੀ ਉਹਨਾਂ ਚੰਗੇ ਮੰਦੇ ਸਮੇਂ ਨੂੰ ਮਹੂਰਤ ਦਾ ਨਾਮ ਦਿੱਤਾ। ਕਿਸੇ ਨੇ ਦੁਕਾਨ ਖੋਲਣੀ ਹੈ, ਪੰਡਤ ਜੀ ਕੋਲ ਜਾਏਗਾ ਕਿ ਮਹੂਰਤ ਕਿਹੜਾ ਚੰਗਾ ਹੈ। ਕਿਸੇ ਨੇ ਆਪਣਾ ਘਰ ਲੈਣਾ ਹੈ, ਉਹ ਮਹੂਰਤ ਪੁੱਛੇਗਾ। ਤੇ ਮਾਫ ਕਰਨਾ, ਸਿੱਖ ਨੇ ਬੱਚੇ ਦਾ ਵਿਆਹ ਰੱਖਣਾ ਹੈ, ਜੇ ਇਹ ਵੀ ਮਹੂਰਤ ਪੁੱਛਦਾ ਹੈ ਤੇ ਫਿਰ ਆਪਾਂ ਨੂੰ ਸੋਚਣਾ ਚਾਹੀਦਾ ਵੀ ਗੁਰੂ ਦਾ ਗਿਆਨ ਕਿੱਥੇ ਚਲੇ ਗਿਆ। ਮਹੂਰਤ ਸਮੇਂ ਦੀ ਵੰਡ ਹੈ, ਪਰ ਅਸੀਂ ਚੰਗੇ ਮਾੜੇ ਮਹੂਰਤਾਂ ਦੇ ਵਿੱਚ ਪੈ ਗਏ। ਤੇ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਸੰਦੇਸ਼ ਦਿੱਤਾ ਹੈ, ਗੁਰੂ ਸਾਹਿਬ ਆਖਦੇ ਨੇ ਸਾ ਮੂਰਤ ਸਾ ਘੜੀ ਸੋ ਮੂਰਤ, ਸਫਲ ਹੈ ਮੇਰੀ ਜਿੰਦੜੀਏ ਜਿਤ ਮੇਰਾ ਹਰ ਚਿਤ ਆਵੇ ਰਾਮ। ਜਦੋਂ ਪ੍ਰਮਾਤਮਾ ਚੇਤੇ ਵਿੱਚ ਆਉਂਦਾ ਹੈ, ਗੁਰੂ ਸਾਹਿਬ ਆਖਦੇ ਨੇ ਉਹ ਮਹੂਰਤ ਜਿਹੜਾ ਉਹ ਪਵਿੱਤਰ ਹੈ। ਉਹ ਸਮਾਂ ਜਿਹੜਾ ਭਾਗਾਂ ਵਾਲਾ ਹੈ ਜਦੋਂ ਪ੍ਰਮਾਤਮਾ ਚੇਤੇ ਵਿੱਚ ਆਉਂਦਾ ਹੈ। ਸਿੱਖ ਵਾਸਤੇ ਕੋਈ ਸਮਾਂ ਮਹੂਰਤ ਨਹੀਂ ਹੈ ਔਰ ਕੋਈ ਸਮਾਂ ਜਿਹੜਾ ਉਹ ਵੱਧ ਮਹੂਰਤ ਨਹੀਂ ਹੈ। ਇਹ ਤੇ ਆਪਣੇ
ਗੁਰੂ ਦੇ ਗਿਆਨ ਨਾਲ ਜੁੜਿਆ ਹੋਇਆ ਆਪਣੇ ਜੀਵਨ ਦਾ ਹਰ ਕਰਮ ਸਮੇਂ ਸਥਿਤੀ ਦੇ ਮੁਤਾਬਕ ਕਰਦਾ ਹੈ, ਕਿਸੇ ਭਰਮ ਵਿੱਚ ਨਹੀਂ ਪੈਂਦਾ। ਅਗਲੀ ਗੱਲ, ਗ੍ਰਹਿ। ਅੱਜ ਭਾਵੇਂ ਕਿ ਕਈ ਤਰ੍ਹਾਂ ਦੇ ਗ੍ਰਹਿਾਂ ਦੀ ਖੋਜ ਹੋ ਚੁੱਕੀ ਹੈ, ਪੁਰਾਣੇ ਜੋਤਸ਼ੀ ਇਤਿਹਾਸਕ ਜਿਹੜੇ ਲੋਕ ਨੇ ਉਹਨਾਂ ਨੇ 9 ਗ੍ਰਹਿ ਮੰਨੇ ਨੇ, ਤੇ ਹੁਣ ਤੇ ਜ਼ਿਆਦਾ ਗ੍ਰਹਿ ਹੋਰ ਲੱਭ ਚੁੱਕੇ ਨੇ। ਕਈ ਤਰ੍ਹਾਂ ਬਹੁਤ ਸਾਰਾ ਵਿਗਿਆਨ ਜਿਹੜਾ ਸਾਇੰਸਦਾਨ ਅੱਗੇ ਚਲੇ ਗਏ ਨੇ, ਤੇ ਉਹ ਵੀ ਜਿਹੜੇ ਗ੍ਰਹਿਾਂ ਦੇ ਨਾਮ ਨੇ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਵਾਰਾਂ ਦੇ ਨਾਮ ਲਏ ਨੇ ਕਿ ਸੂਰਜ ਗ੍ਰਹਿ, ਸੋਮ ਗ੍ਰਹਿ, ਮੰਗਲ ਗ੍ਰਹਿ, ਬ੍ਰਹਿਸਪਤ ਹੈ, ਇਸੇ ਢੰਗ ਦੇ ਨਾਲ ਉਹ ਗ੍ਰਹਿਾਂ ਦੇ ਨਾਮ ਨੇ। ਇਹ ਗੱਲ ਵੱਖਰੀ ਹੈ ਵੀ ਹਿੰਦੁਸਤਾਨ ਦੇ ਵਾਸੀਆਂ ਨੇ ਆਪਣੇ ਢੰਗ ਨਾਲ ਉਹਦੇ ਨਾਮ ਰੱਖ ਲਏ, ਤੇ ਜਿਹੜੇ ਲੋਕ ਅੰਗਰੇਜ਼ੀ ਦੇ ਨਾਲ ਤਾਲੁਕ ਰੱਖਦੇ ਨੇ ਉਹਨਾਂ ਦੇ ਮੁਤਾਬਕ ਇਹਨਾਂ ਦੇ ਨਾਮ ਵੀ ਬਿਲਕੁਲ ਉਸ ਢੰਗ ਦੇ ਨੇ। ਜਿਵੇਂ 12 ਦੇ ਨਾਮ ਆਪਾਂ ਪਹਿਲਾਂ ਦਾਸ ਨੇ ਜ਼ਿਕਰ ਕੀਤਾ ਕਿ ਸੋਮਵਾਰ ਵਾਹਿਗੁਰੂ ਜਿਹੜਾ ਸੰਡੇ ਦਾ ਦਿਨ ਹੈ ਉਹ ਸੋਮ ਗ੍ਰਹਿ ਦੀ ਗੱਲ ਹੈ, ਤੇ ਉਹਨੂੰ ਸੰਨ ਦੇ ਨਾਲ ਤੁਲਨਾ ਦੇ ਦਿੱਤੀ ਗਈ, ਉਸ ਤਰ੍ਹਾਂ ਦਾ ਵਿਚਾਰ ਬਣਾ ਲਿਆ ਗਿਆ। ਚੰਦਰਮਾ ਨਾਲ ਸੰਬੰਧ ਹੈ ਤੇ ਮੂਨ ਹੋ ਗਿਆ, ਮੰਗਲਵਾਰ ਮੈਰਸ ਹੋ ਗਿਆ, ਬੁੱਧਵਾਰ ਨੂੰ ਮਰਕਰੀ ਆਖਿਆ ਗਿਆ, ਵੀਰਵਾਰ ਨੂੰ ਜੁਪੀਟਰ ਗ੍ਰਹਿ ਦੇ ਨਾਲ ਜੋੜਿਆ। ਇਹ ਗ੍ਰਹਿਾਂ ਦੀ ਗਿਣਤੀ ਹੈ। ਸ਼ੁੱਕਰਵਾਰ ਵੀਨਸ, ਸ਼ਨੀਚਰਵਾਰ ਸੈਟਰਨ। ਇਸ ਢੰਗ ਦੇ ਨਾਲ ਰਾਹੂ ਕੇਤੂ ਗ੍ਰਹਿਾਂ ਦੀ ਗਿਣਤੀ ਕੀਤੀ ਗਈ। ਰਾਹੂ ਨੂੰ ਸਾਈਜ਼ਰ ਕਹਿੰਦੇ ਨੇ। ਇਸ ਢੰਗ ਦੇ ਨਾਲ 9 ਗ੍ਰਹਿ ਜਿਹੜੇ ਨੇ, ਭਾਵੇਂ ਕਿ ਅੱਜ ਹੋਰ ਬਹੁਤ ਸਾਰੇ ਗ੍ਰਹਿਾਂ ਦੀ ਖੋਜ ਹੋ ਚੁੱਕੀ ਹੈ, ਉੱਥੇ ਨਹੀਂ ਖੋਜ ਖਲੋਤੀ ਹੋਈ, ਪਰ ਇਹਨਾਂ 9 ਗ੍ਰਹਿਾਂ ਦਾ ਭਰਮ ਪਾ ਕੇ ਲੁੱਟਣ ਵਾਲੇ ਪੁਜਾਰੀ ਤਬਕੇ ਨੇ ਕਿਹਾ ਵੀ ਕੁਝ ਗ੍ਰਹਿਾਂ ਦੀ ਚਾਲ ਮੁਤਾਬਕ ਬੰਦੇ ਦੀ ਰਾਸ਼ੀ ਮਹੂਰਤ ਜੀਵਨ ਦੇ ਸਮੇਂ ਮੁਤਾਬਕ ਕੁਝ ਗ੍ਰਹਿ ਮਾੜੇ ਹੁੰਦੇ ਨੇ। ਕੁਦਰਤੀ ਗੱਲ ਹੈ ਵੀ ਜਦੋਂ ਕਿਸੇ ਬੰਦੇ ਨੂੰ ਕਿਹਾ ਜਾਵੇ ਵੀ ਆਹ ਚੀਜ਼ ਤੇਰੇ ਵਾਸਤੇ ਮਾੜੀ ਹੈ, ਬੰਦਾ ਅਗਲਾ ਸਵਾਲ ਕਰੇਗਾ ਵੀ ਚੰਗੀ ਹੋ ਸਕਦੀ ਹੈ। ਤੇ ਕੁਦਰਤੀ ਗੱਲ ਹੈ, ਕਿਉਂਕਿ ਜੇ ਕਹੀਏ ਵੀ ਆਹ ਦਿਨ, ਆਹ ਸਮਾਂ, ਆਹ ਚੀਜ਼ ਤੈਨੂੰ ਦੁੱਖ ਦੇਣ ਵਾਲੀ ਹੈ। ਬੇਨਤੀ ਕਰਾਂ, ਅਸੀਂ ਘਰ ਵਿੱਚ ਨਵਾਂ ਮੰਨ ਲਓ ਮਕਾਨ ਖਰੀਦਦੇ ਆ, ਕਈ ਐਸੇ ਭਰਮਾਂ 'ਚ ਪਏ ਲੋਕ ਨੇ, ਘਰ ਖਰੀਦਿਆ ਬੜੀ ਪਹੁੰਚ ਕਰਕੇ, ਮਿਹਨਤ ਕਰਕੇ ਰਹਿਣ ਵਾਸਤੇ, ਜੇ ਕੋਈ ਭਰਮ ਵਿੱਚ ਪਾ ਦੇਵੇ ਨਾ ਵੀ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਤਾਂ ਨਹੀਂ ਵੀ ਇੱਥੇ ਗਰੋਹ ਹੈ, ਲੋਕ ਘਰ ਛੱਡ ਜਾਂਦੇ ਨੇ, ਘਾਟੇ 'ਚ ਵਿਕ ਜਾਂਦੇ ਨੇ ਘਰ, ਕਿਉਂਕਿ ਭਰਮ ਦੀ ਦੁਨੀਆ ਨਾ। ਲੋਕ ਇਸ ਢੰਗ ਦੇ ਨਾਲ, ਜਿਵੇਂ ਗੱਡੀ ਨਵੀਂ ਲਈ ਹੈ, ਕੋਈ ਕਾਰਨ ਬਣਿਆ, ਕਿਤੇ ਕੋਈ ਐਕਸੀਡੈਂਟ ਹੋ ਗਿਆ, ਰੋਡ ਤੇ ਚੱਲਦਿਆਂ ਹੁੰਦੇ ਹੀ ਨੇ, ਕੋਈ ਇਹ ਕਹਿ ਦਵੇ ਵੀ ਇਹ ਲੋਹਾ ਤੁਹਾਡੇ ਹਿਸਾਬ ਨਾਲ, ਤੁਹਾਡੀ ਰਾਸ਼ੀ ਗ੍ਰਹਿ ਦੇ ਹਿਸਾਬ ਨਾਲ ਠੀਕ ਨਹੀਂ ਹੈ, ਬੰਦਾ ਅੱਧੇ ਮੁੱਲ ਤੇ ਵੇਚ ਦਿੰਦਾ ਵੀ ਆਪਣੇ ਵਾਸਤੇ ਠੀਕ ਨਹੀਂ ਹੈ। ਜਦੋਂ ਵੀ ਐਕਸੀਡੈਂਟ ਹੁੰਦਾ ਹੈ, ਆਪਾਂ ਸਾਰੇ ਸਮਝਦੇ ਉਹਨਾਂ ਦੇਸ਼ਾਂ ਵਿੱਚ ਬੈਠੇ ਆ ਜਿਹੜੇ ਲੋਕ ਇਹਨਾਂ ਗੱਲਾਂ ਬਾਰੇ ਜਾਣਦੇ ਹੀ ਨਹੀਂਗੇ। ਤੇ ਜਦੋਂ ਵੀ ਐਕਸੀਡੈਂਟ ਹੁੰਦਾ ਹੈ, ਜਾਂ ਕੋਈ ਸਪੀਡ ਓਵਰ ਹੈ, ਜਾਂ ਕੋਈ ਗੱਡੀ ਵਿੱਚ ਡਿਫੈਕਟ ਪੈ ਗਿਆ, ਕੋਈ ਵੀ ਕਾਰਨ ਬਣ ਸਕਦਾ ਹੈ, ਜਾਂ ਤੁਸੀਂ ਠੀਕ ਆ ਰਹੇ ਹੋ, ਅਗਲਾ ਗਲਤ ਆ ਗਿਆ, ਐਕਸੀਡੈਂਟ ਉਦੋਂ ਹੀ ਹੁੰਦਾ ਹੈ। ਜਾਂ ਕੋਈ ਰਾਤ ਦੀ ਗੱਡੀ ਚਲਾ ਰਿਹਾ, ਕੋਈ ਨੀਂਦ ਆ ਗਈ, ਜਾਂ ਤੁਹਾਨੂੰ ਆ ਗਈ, ਜਾਂ ਅਗਲੇ ਨੂੰ ਆ ਗਈ, ਕੋਈ ਕਾਰਨ ਐਕਸੀਡੈਂਟ ਦਾ ਬਣਦਾ ਹੈ, ਪਰ ਉਹਦੇ ਨਾਲ ਧਰਮ ਕਰਮ ਜੋੜ ਦਿੱਤਾ ਗਿਆ ਵੀ ਇਹ ਲੋਹਾ ਤੇਰੇ ਵਾਸਤੇ ਚੰਗਾ ਨਹੀਂ ਹੈ। ਤੇ ਕੁਦਰਤੀ ਗੱਲ ਹੈ, ਬੰਦਾ ਭਰਮ ਵਿੱਚ ਪੈ ਜਾਂਦਾ ਹੈ। ਇੱਥੋਂ ਤੱਕ ਹੋਰ ਲੋਕ ਤੇ ਸ਼ਨੀਵਾਰ ਲੋਹਾ ਨਹੀਂ ਖਰੀਦਦੇ, ਸਾਡੇ ਸਿੱਖ ਵੀ ਭਰਮ ਰੱਖਦੇ ਨੇ। ਕਦੀ ਸ਼ੋਰੂਮ ਵਿੱਚ ਜਾ ਕੇ ਸ਼ਨੀਵਾਰ ਦੇਖਣੋਂ ਵਿਚਾਰੇ ਵਿਹਲੇ ਬੈਠੇ ਹੁੰਦੇ ਨੇ, ਕਹਿੰਦੇ ਕਿਉਂ? ਕਹਿੰਦੇ ਸ਼ਨੀਵਾਰ ਨਹੀਂ ਕੋਈ ਆਉਂਦਾ, ਅਸੀਂ ਹੋਰ ਪੇਪਰ ਵਰਕ ਕਰ ਲੈਂਦੇ ਹਾਂ, ਫਿਰ ਸੋਮਵਾਰ ਲੋਕ ਆ ਜਾਂਦੇ ਨੇ, ਬੁੱਧਵਾਰ ਆਉਂਦੇ ਨੇ। ਕਿਉਂ? ਭਰਮਾਂ ਵਿੱਚ ਪਏ ਹੋਏ ਨੇ। ਮੈਂ ਸਮਝਦਾ ਵੀ ਸਿੱਖ ਨੂੰ ਤਾਂ ਜਾਣਾ ਹੀ ਸ਼ਨੀਵਾਰ ਚਾਹੀਦਾ, ਵੀ ਦੂਜਿਆਂ ਨੂੰ ਪਤਾ ਲੱਗ ਜੇ। ਕੁਦਰਤੀ ਗੱਲ ਹੈ ਵੀ ਜਿਹੜਾ ਸ਼ਨੀਵਾਰ ਗੱਡੀ ਖਰੀਦੀ ਗਈ ਹੈ, ਉਹਦੇ ਵਿੱਚ ਪੈਟਰੋਲ ਨਹੀਂ ਪਾਉਣਾ ਪਏਗਾ। ਵਾਹਿਗੁਰੂ, ਜਿਹੜੀ ਦੂਜੇ ਵਾਰਾਂ ਵਿੱਚ ਖਰੀਦੀ ਗਈ ਹੈ, ਕੀ ਉਹ ਪੈਟਰੋਲ ਪਾਉਣ ਤੋਂ ਬਿਨਾਂ ਚੱਲ ਜਾਂਦੀ ਹੈ? ਤੇ ਜਿਹੜੀ ਸ਼ਨੀਵਾਰ ਲੈਣੀ ਉਹਦੇ ਵਿੱਚ ਪਾਉਣਾ ਪੈਂਦਾ ਹੈ। ਜਾਂ ਉਹਦੀ ਕਿਸੇ ਵੀ ਤਰ੍ਹਾਂ ਦੀ ਮੇਨਟੇਨੈਂਸ ਤੋਂ ਬਿਨਾਂ ਗੱਡੀ ਰੋਡ ਤੇ ਚੱਲ ਸਕਦੀ ਹੈ, ਜਿਹੜੀ ਹੋਰ ਕਿਸੇ ਵਾਰ ਖਰੀਦੀ ਹੋਵੇ। ਜਾਂ ਜਿਹੜੇ ਟ੍ਰੈਫਿਕ ਦੇ ਨਿਯਮ ਨੇ,
उन्हां दी पालना ना करके रोड ते सोमवार जां बुधवार खरीदी हुई गड्डी चल सकती है। ट्रैफिक नियमां की पालना करनी पएगी, अपने साधन वाल ध्यान देना पएगा, ਉਹਦੇ ਵਿੱਚ ਲੋੜੀਂਦਾ ਉਹਦੀ ਖੁਰਾਕ ਡੀਜ਼ਲ ਪੈਟਰੋਲ ਪਾਉਣਾ ਪਏਗਾ। ਕਿ ਜਿਹੜੀ ਗੱਡੀ ਬੁੱਧਵਾਰ ਖਰੀਦੀ ਉਹਦਾ ਕਦੀ ਟਾਇਰ ਨਹੀਂ ਪੈਂਚਰ ਹੁੰਦਾ। ਇਹ ਸਾਰੀਆਂ ਗੱਲਾਂ ਸਾਡੇ ਬਿਲਕੁਲ ਸਾਹਮਣੇ ਨੇ। ਤੇ ਜਿਹੜੀ ਸ਼ਨੀਵਾਰ ਖਰੀਦੀ ਹੈ ਕੀ ਉਹ ਟਾਇਰਾਂ ਤੋਂ ਬਿਨਾਂ ਹੀ ਆ ਵੀ ਉਹਦੇ ਟਾਇਰ ਜਿਹੜੇ ਵੀ ਰੋਜ਼ ਹਵਾ ਭਰਨੀ ਪੈਂਦੀ ਨਹੀਂ ਚੱਲਦੇ? ਪਰ ਨਹੀਂ, ਅਸੀਂ ਇੰਨੇ ਭਰਮਾਂ ਵਿੱਚ ਪੈ ਗਏ ਕਿ ਅਸੀਂ ਲੋਹਾ ਨਹੀਂ ਖਰੀਦਣਾ, ਇਸ ਦਿਨ ਦਾਨ ਕਰਨ। ਆਨੰਦਪੁਰ ਸਾਹਿਬ ਦੀ ਘਟਨਾ ਆਪਾਂ ਬਹੁਤ ਵਾਰੀ ਵਿਚਾਰੀ ਹੈ ਕਿ ਪੰਡਤ ਜੀ ਆ ਕੇ ਗੁਰੂ ਸਾਹਿਬ ਨੂੰ ਕਹਿੰਦੇ ਨੇ ਵੀ ਤੁਸੀਂ ਮਾਂ ਤੇ ਲੋਹਾ ਦਾਨ ਕਰੋ, ਅੱਜ ਸ਼ਨੀਵਾਰ ਹੈ ਤੇ ਸ਼ਨੀਵਾਰ ਦਾ ਗ੍ਰਹਿ ਬੜਾ ਭਾਰੀ ਹੁੰਦਾ ਹੈ। ਮੈਂ ਹੋਰ ਅਗਲੇ ਕੁਝ ਪੱਖ ਵਿਚਾਰਨੇ ਨੇ, ਵਿਸਥਾਰ ਵਿੱਚ ਨਹੀਂ ਜਾ ਸਕਦਾ। ਗੁਰੂ ਸਾਹਿਬ ਨੇ ਬੜੇ ਤਰੀਕੇ ਦੇ ਨਾਲ ਉਹਦਾ ਜਿਹੜਾ ਚਰਿੱਤਰ ਹੈ ਨਾ ਉਹ ਪ੍ਰਗਟ ਕਰਨ ਵਾਸਤੇ, ਇਸ ਭਰਮ ਤੋਂ ਸਿੱਖਾਂ ਨੂੰ ਬਚਾਉਣ ਵਾਸਤੇ ਸਿੱਖਾਂ ਨੂੰ ਕਹਿ ਕੇ ਕੁਝ ਸਮਾਨ ਦਿਵਾ ਦਿੱਤਾ ਸੀ। ਗੁਰੂ ਸਾਹਿਬ ਵੇਖਣਾ ਚਾਹੁੰਦੇ ਸੀ ਵੀ ਸਿੱਖ ਕਿੰਨੇ ਕੁ ਸੁਚੇਤ ਨੇ। ਉਹ ਜਦੋਂ ਲੈ ਕੇ ਨਿਕਲਿਆ ਸਿੱਖਾਂ ਨੇ ਉਦੋਂ ਹੀ ਖੋਹ ਲਿਆ। ਉਹਨਾਂ ਨੇ ਦਾਲ ਜਿਹੜੀ ਹੈ ਨਾ ਮਾਵਾਂ ਦੀ, ਉਹ ਤੇ ਲੰਗਰ ਚ ਕਹਿਣ ਲੱਗੇ ਵੀ ਬਣਾਓ, ਇਹਦਾ ਆਪਣੇ ਤਿਆਰ ਕਰੋ ਤੇ ਪ੍ਰਸ਼ਾਦਾ ਪਾਣੀ ਛਕਾਇਆ ਜਾਏਗਾ। ਲੋਹੇ ਦਾ ਇਤਿਹਾਸ ਸਾਡੀ ਤਵਾਰੀਖ ਬੋਲਦੀ ਹੈ ਕਿ ਲੋਹੇ ਦੇ ਕੜੇ ਬਣਾ ਕੇ ਸਿੱਖਾਂ ਹੱਥਾਂ ਵਿੱਚ ਪਾਉਣ ਦੀ ਵਿਚਾਰ ਕੀਤੀ ਔਰ ਬਣਾਏ। ਗੁਰੂ ਸਾਹਿਬ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਤੁਸੀਂ ਬਹੁਤ ਵੱਡੀ ਭਰਮਾਂ ਦੀ ਦੌੜ ਅੱਜ ਜਿੱਤ ਲਈ ਹੈ। ਸ਼ਾਇਦ ਇਹ ਢੰਗ ਸੀ ਦੂਸਰਾ ਵੀ ਜੇ ਉਹ ਭਰਮ ਕਰਦੇ ਸੀ ਨਾ ਮਾਵਾਂ ਦੇ ਦਾਨ ਕਰਨ ਦਾ, ਸਿੱਖਾਂ ਕਿਹਾ ਵੀ ਕੋਈ ਭਰਮ ਨਹੀਂ। ਪਰ ਇਸ ਭਰਮ ਦਾ ਸਮਾਧਾਨ ਕਰਦਿਆਂ ਇੱਕ ਹੋਰ ਭਰਮ ਜੁੜ ਗਿਆ। ਜੇ ਲੰਗਰ ਬਣਾਉਣਾ ਹੈ, ਜੇ ਮਾਵਾਂ ਦੀ ਦਾਲ ਨਹੀਂ ਬਣੀ ਤੇ ਵੀ ਭਰਮ ਹੈ ਵੀ ਲੰਗਰ ਕਿੱਦਾਂ ਪੂਰਾ ਹੋ ਸਕਦਾ ਜੇ ਮਾਵਾਂ ਦੀ ਦਾਲ ਨਹੀਂ ਬਣਾਈ। ਤੇ ਅਸੀਂ ਤੇ ਭਰਮ ਦੇ ਵਿੱਚੋਂ ਭਰਮ ਕੱਢ ਲਿਆ। ਗੁਰੂ ਸਾਹਿਬ ਨੇ ਸਾਡੇ ਅੰਦਰੋਂ ਭਰਮ ਕੱਢਿਆ ਸੀ। ਉਹਦੇ ਭਾਵ ਇਹ ਸੀ ਵੀ ਉਹ ਲੋਕ ਇਸ ਨੂੰ ਇਸ ਤਰ੍ਹਾਂ ਮੰਨਦੇ ਸੀ। ਸਿੱਖਾਂ ਕਿਹਾ ਵੀ ਅਸੀਂ ਦੇਖਦੇ ਹਾਂ ਵੀ ਕਿੱਡੇ ਕੁ ਗ੍ਰਹਿ ਸਾਡੇ ਤੇ ਆ ਜਾਂਦੇ, ਅਸੀਂ ਆਹ ਦਾਲ ਬਣਾ ਕੇ ਛਕਦੇ ਹਾਂ। ਅਸੀਂ ਇਹ ਵੀ ਭਰਮ ਪਾਲ ਲਿਆ ਕਿ ਜੇ ਲੰਗਰ ਵਿੱਚ ਮਾਵਾਂ ਦੀ ਦਾਲ ਨਹੀਂ ਬਣੀ ਤਾਂ ਲੰਗਰ ਕਾਹਦਾ ਹੋਇਆ। ਗੁਰੂ ਪਾਤਸ਼ਾਹ ਮਿਹਰ ਕਰੇ, ਬਹੁਤ ਛੋਟੀਆਂ ਛੋਟੀਆਂ ਗੱਲਾਂ ਨੇ। ਇਹ ਵਿਸ਼ਾ ਐਸਾ ਵੀ ਸਾਰਾ ਸਮਾਂ ਇੱਕ ਗੱਲ ਤੇ ਲੱਗ ਜਾਂਦਾ। ਮੈਂ ਬੇਨਤੀ ਕਰਾਂ ਗੁਰੂ ਪਾਤਸ਼ਾਹ ਮਿਹਰ ਕਰੇ, ਸਿੱਖ ਰਹਿਤ ਮਰਿਆਦਾ ਦੀ ਵਿਚਾਰ ਦਾ ਇੱਕੋ ਹੀ ਮਨੋਰਥ ਹੈ ਕਿ ਕਿੰਨੇ ਕੁ ਭਰਮ ਸਾਡੇ ਵਿੱਚ ਪੈ ਚੁੱਕੇ ਨੇ, ਆਪਾਂ ਉਹਨਾਂ ਦੀ ਵਿਚਾਰ ਕਰਕੇ ਉਹਨਾਂ ਨੂੰ ਹੌਲੀ ਹੌਲੀ ਛੱਡੀਏ। ਇੱਕ ਮੀਟਰ ਹੈ, ਜਿਵੇਂ ਕਿੰਨਾ ਕੁ ਬੁਖਾਰ ਹੈ ਉਹ ਡਾਕਟਰ ਲਾ ਕੇ ਚੈੱਕ ਕਰ ਲੈਂਦਾ ਵੀ ਇਹਦਾ ਟੈਂਪਰੇਚਰ ਕਿੰਨਾ ਹੈ। ਗੁਰੂ ਦਾ ਸ਼ਬਦ ਤੇ ਗੁਰਮਤਿ ਸਿਧਾਂਤ ਜਿਹੜਾ ਇੱਕ ਮੀਟਰ ਹੈ, ਸਾਡੇ ਜੀਵਨ ਨਾਲ ਲੱਗਦਿਆਂ ਦੱਸ ਦੇਗਾ ਵੀ ਗੁਰੂ ਦਾ ਸ਼ਬਦ ਇਹ ਕਹਿ ਰਿਹਾ, ਗੁਰਮਤਿ ਸਿਧਾਂਤ ਇਸ ਭਰਮ ਦਾ ਖੰਡਨ ਕਰਦਾ ਹੈ। ਤੇ ਜੇ ਮੈਂ ਉਹ ਭਰਮ ਪਾਲ ਰਿਹਾ ਫਿਰ ਮੈਨੂੰ ਉਸ ਭਰਮ ਦਾ ਬੁਖਾਰ ਚੜਿਆ ਹੋਇਆ ਤੇ ਮੈਨੂੰ ਦਵਾਈ ਦਾਰੂ ਦਾ ਪ੍ਰਬੰਧ ਕਰਨਾ ਚਾਹੀਦਾ। ਭਾਵ ਸੰਗਤ ਵਿੱਚ ਆਉਣਾ ਚਾਹੀਦਾ ਹੈ, ਗੁਰ ਸ਼ਬਦ ਵਿਚਾਰ ਸੁਣਨੀ ਚਾਹੀਦੀ ਹੈ, ਪੜ੍ਹਨੀ ਚਾਹੀਦੀ ਹੈ, ਤਾਂ ਜੋ ਮੇਰਾ ਭਰਮ ਪਖੰਡਾਂ ਵਾਲਾ ਤਾਪ ਉਤਰ ਸਕੇ। ਸੋ ਅੱਗੇ ਹੈ ਰਾਸ਼। ਰਾਸ ਦਾ ਅਰਥ ਹੈ ਰਾਸ਼ੀ ਤੋਂ। 12 ਰਾਸਾਂ ਨੇ। ਇਸ ਸਮੇਂ ਦੇ ਪ੍ਰਬੰਧ ਦਾ ਤਲਕ ਜਿਹੜਾ ਸੂਰਜ ਦੇ ਨਾਲ ਹੈ। ਭਾਰਤ ਦੇ ਜੋਤਿਸ਼ ਦੇ ਵਿਦਵਾਨ, ਗਣਿਤ ਦੇ ਵਿਦਵਾਨਾਂ ਨੇ ਨਾ ਸਾਲ ਦੀਆਂ 12 ਰਾਸਾਂ ਮਿਥੀਆਂ ਨੇ ਤੇ ਉਹਨਾਂ ਦਾ ਇਹ ਵਿਚਾਰ ਹੈ ਕਿ ਸੂਰਜ ਜਦੋਂ ਇੱਕ ਰਾਸ ਤੋਂ ਦੂਜੀ ਰਾਸ ਵਿੱਚ ਜਾਂਦਾ ਹੈ ਉਸੇ ਦਿਨ ਨੂੰ ਸੰਗਰਾਂਦ ਕਹਿੰਦੇ ਨੇ। ਵੈਸੇ ਲਫ਼ਜ਼ ਹੈ ਸੰਕਰਾਂਤ। ਕ੍ਰਾਂਤ ਭਾਵ ਕ੍ਰਾਂਤੀ, ਤਬਦੀਲੀ। ਸੱਸਾਂ ਨਾਲ ਲੱਗ ਗਿਆ, ਜਿਵੇਂ ਪ੍ਰਸੰਨ ਲਫ਼ਜ਼ ਨੂੰ ਪ੍ਰਭਾਵਸ਼ਾਲੀ ਬਣਾਉਣਾ ਹੋਵੇ ਤਾਂ ਸੋ ਪ੍ਰਸੰਨ। ਇਸੇ ਢੰਗ ਦੇ ਨਾਲ ਕ੍ਰਾਂਤੀ, ਤਬਦੀਲੀ, ਸੰਕਰਾਂਤ, ਭਲੀ ਭਾਂਤ ਤਬਦੀਲੀ। ਔਰ ਆਪ ਜੀ ਦੀ ਜਾਣਕਾਰੀ ਲਈ ਬੇਨਤੀ ਕਰਾਂ, ਭਾਵੇਂ ਸਿੱਖ ਜਗਤ ਸੰਗਰਾਂਦ ਨਾਲ ਬਹੁਤ ਪੀੜਾ ਜੁੜ ਚੁੱਕਿਆ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਵਾਰੀ ਵੀ ਨਾ ਸੰਗਰਾਂਦ ਤੇ ਨਾ ਸੰਕਰਾਂਤ ਲਫ਼ਜ਼ ਆਇਆ। ਤੁਸੀਂ ਬਕਾਇਦਾ ਸਰਚ ਕਰ ਸਕਦੇ ਹੋ। ਔਰ ਬਕਾਇਦਾ ਅੱਜ ਕੱਲ੍ਹ ਤੇ ਕੰਪਿਊਟਰ ਤੇ ਕੋਈ ਬਹੁਤਾ ਔਖਾ ਕੰਮ ਨਹੀਂ ਹੈ, 2 ਘੰਟਿਆਂ ਵਿੱਚ ਸਾਰੀ ਸਰਚ ਹੋ ਜਾਂਦੀ ਹੈ।
ਇੱਕ ਵਾਰੀ ਵੀ ਸੰਗਰਾਂਦ ਲਫ਼ਜ਼ ਜਾਂ ਸੰਕਰਾਂਤ ਲਫ਼ਜ਼ ਇਹਨਾਂ ਮਹੀਨੇ ਹਿਸਾਬ ਦੇ ਨਾਲ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਵਾਰੀ ਵੀ ਨਹੀਂ ਆਇਆ। ਪਰ ਜਿੰਨਾ ਸਿੱਖ ਸੰਗਰਾਂਦ ਦਾ ਪੁਜਾਰੀ ਹੈ ਕਿ ਇਹ ਮਹੀਨਾ ਦਾ ਦਿਨ ਪਵਿੱਤਰ ਹੁੰਦਾ ਹੈ, ਉਹਨਾਂ ਸ਼ਾਇਦ ਕੋਈ ਦੂਸਰਾ ਨਾ ਹੋਵੇ। ਖੈਰ, ਰਾਸ ਦਾ ਸੰਬੰਧ ਹੈ ਸੂਰਜ ਦੇ ਸਮੇਂ ਨਾਲ, ਔਰ ਹਿੰਦੂ ਵਿਦਵਾਨਾਂ ਨੇ ਇਹ 12 ਰਾਸਾਂ ਬਣਾਈਆਂ। ਜਿਵੇਂ ਰਾਸ਼ੀਆਂ ਦਾ ਭਰਮ ਹੈ ਨਾ, ਮੇਖ ਹੈ, ਕਰਕ ਹੈ, ਸਿੰਘ ਹੈ, ਬ੍ਰਿਖ ਹੈ, ਇਸ ਤਰ੍ਹਾਂ ਇਹ 12 ਰਾਸਾਂ ਦੇ ਹਿਸਾਬ ਨਾਲ ਮਹੀਨੇ ਦੇ ਨਾਮ ਨੇ। ਵਿਸਾਖ, ਜੇਠ, ਹਾੜ, ਸਾਉਣ, ਭਾਦੋਂ। ਇਸ ਢੰਗ ਇਹ ਵੀ ਸਮੇਂ ਦੀ ਵੰਡ ਸੀ ਇੱਕ ਪ੍ਰਬੰਧ ਨੂੰ ਚਲਾਉਣ ਵਾਸਤੇ। ਅੱਜ ਅੰਗਰੇਜ਼ੀ ਦੇ ਮੁਤਾਬਕ ਆਪਾਂ ਜਨਵਰੀ ਫਰਵਰੀ ਦੇ ਹਿਸਾਬ ਨਾਲ ਚੱਲ ਰਹੇ। ਇਹ ਮਹੀਨਿਆਂ ਦੀ ਵੰਡ ਹੈ। ਇਹਦੇ ਵਿੱਚ ਵੀ ਕਈ ਮਹੀਨੇ ਚੰਗੇ ਤੇ ਕਈ ਮੰਦੇ ਉਹਨਾਂ ਲੋਕਾਂ ਬਣਾ ਦਿੱਤੇ ਜਿਹੜੇ ਲੋਕ ਆਪਣੀ ਪੂਜਾ ਪ੍ਰਤਿਸ਼ਠਾ ਬਣਾ ਕੇ ਲੋਕਾਂ ਨੂੰ ਲੁੱਟਣਾ ਚਾਹੁੰਦੇ ਨੇ ਤੇ ਲੁੱਟ ਰਹੇ ਨੇ। ਜਿੱਥੇ ਕੋਈ ਦੂਜੀਆਂ ਕੌਮਾਂ ਦੇ ਲੋਕ ਠੱਗੇ ਜਾ ਰਹੇ ਨੇ, ਸਿੱਖ ਵੀ ਠੱਗਿਆ ਜਾ ਰਿਹਾ। ਸਿੱਖ ਵੀ ਆਪਣੀ ਰਾਸ਼ੀ ਦਾ ਪਤਾ ਕਰਨਾ ਚਾਹੁੰਦਾ ਹੈ ਕਿ ਮੇਰੇ ਨਾਮ ਦੇ ਮੁਤਾਬਕ ਰਾਸ਼ੀ ਕਿਹੜੀ ਬਣਦੀ ਹੈ। ਫਿਰ ਉਹਦੇ ਮੁਤਾਬਕ ਮੁੰਦਰੀ ਦੇ ਵਿੱਚ ਨਗ ਪਾਇਆ ਜਾਏਗਾ। ਫਿਰ ਸਿੱਖ ਨੇ ਹੱਥ ਵਿੱਚ ਕੜਾ ਪਾਇਆ। ਮੈਂ ਬੇਨਤੀ ਕਰਾਂ, ਨਾਲ ਮੌਲੀ ਵੀ ਬੱਧੀ ਹੋਈ ਹੈ, ਕਈਆਂ ਬੱਧੀ ਹੋਏਗੀ। ਔਰ ਜੇ ਕੋਈ ਪੁੱਛੇ ਵੀ ਕੜਾ, ਮੈਂ ਤੇ ਕਈ ਵਾਰੀ ਸੋਚਦਾ ਵੀ ਦੂਜੇ ਧਰਮਾਂ ਦੇ ਲੋਕ ਕਦੀ ਕਿਸੇ ਪਰਿਵਾਰ ਨਾਲ ਕੋਈ ਰਿਲੇਸ਼ਨ ਹੋਵੇ ਤਾਂ ਗੁਰਦੁਆਰਾ ਸਾਹਿਬ ਆਉਣ ਨਾ ਤੇ 10 ਕੋਲੋਂ ਕੜੇ ਲੈ ਕੇ ਜਾਂਦੇ ਨੇ ਵੀ ਅਸੀਂ ਬੱਚਿਆਂ ਨੂੰ ਪਾਉਣੇ ਨੇ। ਤੇ ਮੇਰਾ ਖਿਆਲ ਹੈ ਵੀ ਸਾਡੇ ਸਿੱਖ ਜਦੋਂ ਉਧਰ ਜਾਂਦੇ ਹੋਣੇ ਕਹਿੰਦੇ ਹੋਣੇ ਤੁਸੀਂ ਮੌਲੀ ਦੇ ਦਿਓ, ਜੇ ਕੜੇ ਉਧਰੋਂ ਸਾਡੇ ਗੁਰਦੁਆਰੇ ਲਿਆਂਦੇ ਜੋ ਬਰਾਬਰ ਤਾਂ ਰਹੀਏ ਕਮ ਸੋ ਕਮ। ਗੁਰੂ ਪਾਤਸ਼ਾਹ ਮਿਹਰ ਕਰੇ। ਇਹਨਾਂ ਜੇ ਗੁਰੂ ਦੇ ਬਖਸ਼ੇ ਕੜੇ ਨੇ ਸਾਡੀ ਰੱਖਿਆ ਨਹੀਂ ਕੀਤੀ, ਮੈਂ ਬੇਨਤੀ ਕਰਦਿਆਂ ਕੋਈ ਮੌਲੀ ਨਹੀਂ ਕਰੇਗੀ, ਖਿਆਲ ਰੱਖਿਓ ਕਦੀ ਭੁਲੇਖੇ 'ਚ ਨਾ ਰਹਿਣਾ। ਔਰ ਸਿੱਖ ਦੇ ਗੁੱਟ ਤੇ ਕੜਾ ਤੇ ਜ਼ਰੂਰ ਹੋਵੇ ਪਰ ਮੌਲੀ ਨਹੀਂ ਚਾਹੀਦੀ। ਭਰਮ ਹੈ ਇਸ ਤਰ੍ਹਾਂ ਦੀਆਂ ਰੱਖਿਆਵਾਂ ਧਾਗੇ ਬੰਨਿਆ ਹੁੰਦੀਆਂ। ਆ ਰੱਖੜੀ ਦਾ ਭਰਮ ਕੀ ਹੈ? ਭੈਣ ਭਰਾ ਦੇ ਕੋਲੋਂ ਇਹ ਵਚਨ ਲੈਂਦੀ ਹੈ ਰੱਖਿਆ ਦਾ। ਪਰ ਬੇਨਤੀ ਕਰਦੇ ਹੁਣ ਵਿਸ਼ਾ ਚੱਲ ਰਿਹਾ ਵੀ ਜਿਹੜੀਆਂ ਭੈਣਾਂ ਨੇ ਰੱਖੜੀਆਂ ਬੱਧੀਆਂ ਕੂਕਦੀਆਂ ਰਹੀਆਂ ਸਾਨੂੰ ਛਡਾ ਲਓ। ਨਾਦਰ ਸ਼ਾਹ ਲੈ ਚੱਲਿਆ ਗਜਨੀ ਦੀ ਮੰਡੀ ਵਿੱਚ, ਟਕੇ ਟਕੇ ਨੂੰ ਵੇਚਣ ਵਾਲਾ, ਉਹਨੇ ਉੱਥੇ ਜਾ ਕੇ ਸਾਡੀ ਟਕਾ ਕੀਮਤ ਪਾਉਣੀ ਆ। ਉਹਨਾਂ ਵਿਲਕਦੀਆਂ ਨੂੰ ਕਿਸੇ ਮੌਲੀਆਂ ਤੇ ਰੱਖੜੀਆਂ ਬਣਾਉਣ ਵਾਲਿਆਂ ਨਾ ਰੋਕਿਆ, ਨਾ ਉਹਨਾਂ ਦੀ ਰੱਖਿਆ ਕਰ ਸਕੇ। ਪਰ ਜਿਨ੍ਹਾਂ ਰੱਖਿਆ ਕੀਤੀ ਉਹਨਾਂ ਦੇ ਹੱਥ ਦੇ ਵਿੱਚ ਕੜੇ ਪਾਏ ਹੋਏ ਸਨ, ਉਹਨਾਂ ਦੇ ਗਾਤਰੇ ਕਿਰਪਾਨ ਪਾਈ ਹੋਈ ਸੀ। ਉਹ ਗੁਰੂ ਕੇ ਖਾਲਸੇ ਸਨ ਜਿਨ੍ਹਾਂ ਨਾਦਰ ਸ਼ਾਹ ਵਰਗੇ ਹਮਲਾਵਰਾਂ ਨੂੰ ਰਸਤੇ ਵਿੱਚ ਜਾਂਦਿਆਂ ਨੂੰ ਰੋਕ ਕੇ, ਬਾਬਾ ਦੀਪ ਸਿੰਘ ਵਰਗੇ ਮਹਾਨ ਸੂਰਮੇ ਜਿੱਥੇ ਉਹਨਾਂ ਨੇ ਸਾਡੇ ਭਾਰਤ ਦੇਸ਼ ਦੀ ਅਸਮਤ ਇੱਜ਼ਤ ਨੂੰ ਵਾਪਸ ਮੋੜ ਕੇ ਲਿਆਂਦਾ, ਉੱਥੇ ਖੋਇਆ ਹੋਇਆ ਧਨ ਵੀ ਵਾਪਸ ਕਰਕੇ ਲਿਆਂਦਾ, ਲੈ ਕੇ ਆਂਦਾ। ਇਹ ਕੜੇ ਵਾਲਿਆਂ ਦੀ ਕਰਾਮਾਤ ਸੀ, ਇਹ ਮੌਲੀ ਵਾਲਿਆਂ ਦੀ ਨਹੀਂ। ਤੇ ਹੁਣ ਆਪਾਂ ਵਿਚਾਰ ਆਪ ਕਰ ਸਕਦੇ ਹਾਂ ਵੀ ਆਪਾਂ ਮੌਲੀ ਵਾਲਿਆਂ ਦੇ ਭਰਾ ਬਣਨਾ ਕਿ ਕੜੇ ਵਾਲਿਆਂ ਦੇ ਬਣਨਾ। ਗੁਰੂ ਪਾਤਸ਼ਾਹ ਮਿਹਰ ਕਰੇ। 12 ਰਾਸਾਂ ਦੇ ਮੁਤਾਬਕ 12 ਮਹੀਨਿਆਂ ਦੀ ਵੰਡ ਕੀਤੀ ਗਈ। ਕੋਈ ਮਹੀਨਾ ਚੰਗਾ ਹੈ ਤੇ ਕੋਈ ਬੁਰਾ ਮੰਨਿਆ ਗਿਆ। ਪਰ ਸਿੱਖ ਨੂੰ ਜਿਹੜੀ ਵਿਚਾਰ ਗੁਰੂ ਨੇ ਦਿੱਤੀ ਹੈ, 12 ਮਾਹ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਔਰ ਇਹ ਵੀ ਬੇਨਤੀ ਕਰਦਿਆਂ 7 ਵਾਰਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। 33 ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਪਰ ਕਦੀ ਪੜ੍ਹ ਕੇ ਨਾਲ ਅਰਥ ਪੜ੍ਹ ਕੇ ਵੇਖੋ, ਕਿਸੇ ਦਿਨ ਵਾਰ ਨੂੰ ਚੰਗਾ ਮੰਦੇ ਵਾਸਤੇ ਨਹੀਂ। ਇੱਕੋ ਹੀ ਗੱਲ ਕੀਤੀ ਹੈ ਵੀ ਜਦੋਂ ਤੂੰ ਰੱਬ ਦੀ ਯਾਦ ਵਿੱਚ ਜੁੜੇਗਾ ਨਾ, ਸਹਿਜ ਸੂਖ ਕੀਰਤਨ, ਸਹਿਜ ਸੂਖ ਆਨੰਦ ਘਣਾ, ਹਰ ਕੀਰਤਨ ਗਾਓ, ਗ੍ਰਹਿ ਨਿਵਾਰੇ ਸਤਿਗੁਰੂ ਤੇ ਆਪਣਾ ਨਾਮ। ਗੁਰੂ ਤੇ ਆਪਣਾ ਨਾਮ ਦੇ ਕੇ ਤੇਰੇ ਗ੍ਰਹਿ ਨਿਵਾਰ ਦੇਵੇਗਾ, ਤੂੰ ਕਿਹੜੇ ਭਰਮਾਂ ਦੇ ਵਿੱਚ ਪਿਆ ਹੋਇਆ। ਇਸ ਕਰਕੇ ਗੁਰਮਤਿ ਦਾ ਇਹ ਸੰਦੇਸ਼ ਹੈ। ਗੁਰੂ ਸਾਹਿਬ ਨੇ ਤੁਖਾਰੀ ਰਾਗ ਦਾ 12 ਮਾਹ ਪੜ੍ਹ ਕੇ ਵੇਖਣਾ, ਜਿੱਥੇ ਦੂਸਰੇ ਲੋਕ ਮਹੀਨਿਆਂ ਨੂੰ ਚੰਗਾ ਮੰਦਾ ਜਾਣਦੇ ਨੇ ਨਾ,
ਗੁਰੂ ਸਾਹਿਬ ਸਾਰੇ ਮਹੀਨਿਆਂ ਨੂੰ ਭਲਾ ਕਹਿੰਦੇ ਨੇ। ਵੈਸਾਖ ਭਲਾ ਸਾਖਾਂ ਵੇਸ ਕਰੇ, ਤੁਖਾਰੀ ਰਾਗ ਦੀ ਬਾਣੀ। ਚੇਤ ਮਾਹ ਭਲਾ, ਵਾਹਿਗੁਰੂ ਚੇਤ ਬਸੰਤ ਭਲਾ। ਚੇਤ ਨੂੰ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਵੀ ਭਲਾ ਹੈ। ਜੇਠ ਮਾਹ ਭਲਾ ਪ੍ਰੀਤਮ ਕਿਉਂ ਵਿਸਰੈ, ਸਾਰੇ ਮਹੀਨਿਆਂ ਨੂੰ ਭਲਾ ਆਖਿਆ। ਕਹਿਣ ਲੱਗੇ ਕੋਈ ਬੁਰਾ ਨਹੀਂ, ਤੈਨੂੰ ਰੱਬ ਚੇਤੇ ਆਵੇ, ਤੇਰੇ ਵਾਸਤੇ ਸਾਰੇ ਚੰਗੇ ਨੇ। ਮਾਘ ਪੁਨੀਤ ਭਈ, ਸਾਵਣ ਜਿਹੜਾ ਗੁਰੂ ਸਾਹਿਬ ਨੇ ਕਿਹਾ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਕਿਸੇ ਵੀ ਮਹੀਨੇ ਨੂੰ ਬੁਰਾ ਨਹੀਂ। ਅਸਾੜ ਭਲਾ ਸੂਰਜ ਗਗਨ ਤਪੈ, ਸਾਰੇ ਮਹੀਨਿਆਂ ਨੇ ਗੁਰੂ ਸਾਹਿਬ ਕਿਹਾ ਵੀ ਚੰਗੇ ਨੇ, ਭਲੇ ਨੇ। ਕਿਉਂ? ਜਦੋਂ ਤੈਨੂੰ ਪ੍ਰਮਾਤਮਾ ਚੇਤੇ ਆਉਂਦਾ ਹੋਵੇ। ਕੋਈ ਵੀ ਸਮਾਂ ਜਿਹੜਾ ਬੁਰਾ ਜਾਂ ਭਲਾ ਨਹੀਂ ਹੁੰਦਾ, ਮਨੁੱਖ ਆਪ ਉਹਨੂੰ ਬੁਰਾ ਭਲਾ ਬਣਾ ਲੈਂਦਾ। ਗੁਰੂ ਪਾਤਸ਼ਾਹ ਮਿਹਰ ਕਰੇ ਆਪਾਂ ਇਹਨਾਂ ਰਾਸ਼ੀਆਂ ਵਾਲੇ ਭਰਮ ਚੋਂ ਵੀ ਨਿਕਲਣਾ, ਔਰ ਰਾਸ਼ੀਆਂ ਦੇ ਮੁਤਾਬਕ ਨਗਾਂ ਵਾਲੇ ਭਰਮਾਂ ਚੋਂ ਵੀ ਨਿਕਲਣਾ। ਮੈਂ ਕਰੀ ਦੇਖਦਾ ਵੀ ਕਈਆਂ ਦੀ ਇੱਕ ਵੀ ਉਂਗਲ ਨਹੀਂ ਖਾਲੀ ਹੁੰਦੀ, ਇੰਨੀਆਂ ਮੁੰਦਰੀਆਂ। ਸਾਰੇ ਮੇਰੇ ਖਿਆਲ ਵੀ ਉਹਨਾਂ ਸੋਚਣਾ ਵੀ 12 ਹੀ ਪਾ ਲੈਣੇ, ਕੋਈ ਨਾ ਕੋਈ ਤੇ ਕੰਮ ਦਊ ਨਾ। ਇਹ ਵਿਚਾਰ ਹੈ ਸਾਡੀ। ਅਸੀਂ ਕੀ ਕਰਦੇ ਹਾਂ ਵੀ ਮਾਫ ਕਰਨਾ, ਤਾਲਾ ਹੋਵੇ ਨਾ ਲਾਇਆ ਕਿਸੇ ਕਮਰੇ ਨੂੰ, ਉਹਦੀਆਂ 50-20 ਚਾਬੀਆਂ ਹੋਣ ਤੇ ਬੰਦਾ ਆਖੇ ਵੀ ਚਲੋ ਸਾਰੀਆਂ ਹੀ ਰੱਖ ਲੈਨੇ ਆ, ਕਿਸੇ ਨਾਲ ਤੇ ਖੁੱਲੇਗਾ ਹੀ ਨਾ। ਜੇ ਉਹ ਜਿਹੜੀ ਉਸ ਤਾਲੇ ਦੀ ਚਾਬੀ ਉਹਨੇ ਉਹਦੇ ਨਾਲ ਹੀ ਖੁੱਲਣਾ, 49 ਨੂੰ ਸੁੱਟਣਾ ਪਏਗਾ। ਦੂਸਰੇ ਤਾਲਿਆਂ ਨੂੰ ਤੇ ਉਹਦੀਆਂ ਹੋ ਸਕਦੀਆਂ ਨੇ, ਪਰ ਉਸ ਤਾਲੇ ਦੀਆਂ ਨਹੀਂ। ਉਹ ਜਿਹੜੀ ਚਾਬੀ ਉਹਦੀ ਹੈ ਨਾ, ਉਹ ਉਹਦੇ ਨਾਲ ਹੀ ਖੁੱਲਣਾ ਹੈ। ਤੇ ਭਾਵੇਂ 12 ਪਾ ਲਈਏ, ਭਾਵੇਂ ਮੌਲੀ ਵੀ ਬੰਨ ਲਈਏ, ਭਾਵੇਂ ਹੋਰ ਵੀ ਸਾਰਾ ਕੁਝ ਕਰ ਲਈਏ, ਇੱਕ ਗੱਲ ਯਾਦ ਰੱਖਿਓ, ਗੁਰੂ ਸਾਹਿਬ ਨੇ ਆਪਣੇ ਗੁਰਮਤਿ ਗਿਆਨ ਦੇ ਵਿੱਚ ਸਾਨੂੰ ਇਹ ਬਖਸ਼ਿਸ਼ ਕੀਤੀ ਹੈ ਕਿ ਨਾਨਕ ਸੋਈ ਦਿਨਸ ਸੁਹਾਵੜਾ, ਜਿਤ ਪ੍ਰਭ ਆਵੇ ਚਿਤ, ਜਿਤ ਦਿਨ ਵਿਸਰੈ ਪਾਰ ਬ੍ਰਹਮ, ਫਿੱਟ ਭੁਲੇਰੀ ਰੁੱਤ। ਉਹ ਰੁੱਤ ਵੀ ਫਟਕਾਰ ਯੋਗ ਹੈ, ਉਹ ਦਿਨ ਵੀ ਫਟਕਾਰ ਯੋਗ ਹੈ ਜਦੋਂ ਤੈਨੂੰ ਪਰਮਾਤਮਾ ਵਿਸਰ ਜਾਂਦਾ ਹੈ। ਪਰ ਸਿੱਖ ਦੀ ਮੁਸ਼ਕਲ ਇਹ ਹੈ ਵੀ ਉਹ ਕਹਿੰਦਾ ਵੀ ਮੈਨੂੰ ਤਾਂ ਚੇਤੇ ਹੀ ਕਦੀ ਕਦੀ ਆਉਂਦਾ, ਫਿਰ ਮੈਂ ਕਿਹੜੇ ਦਿਨ ਨੂੰ ਆਖਾਂ ਵੀ ਚੰਗਾ ਹੈ। ਗੁਰਮਤਿ ਦੇ ਮੁਤਾਬਕ ਤੇ ਫਿਰ ਮੇਰੇ ਹਿਸਾਬ ਨਾਲ ਸਿੱਖ ਸੋਚਦਾ ਹੈ ਕਿ ਮੈਨੂੰ ਤੇ ਚੇਤੇ ਹੀ ਕਦੀ ਹਫ਼ਤੇ ਬਾਅਦ ਕਿਸੇ ਨੂੰ ਆਉਂਦਾ, ਕਿਸੇ ਨੂੰ 15 ਦਿਨੇ, ਕਿਸੇ ਨੂੰ ਸੰਗਰਾਂਦ ਦੀ ਸੰਗਰਾਂਦ ਤੇ ਕਿਸੇ ਨੂੰ ਦੀਵਾਲੀ ਜਾਂ ਗੁਰੂ ਨਾਨਕ ਦੇ ਗੁਰਪੁਰਬ ਤੇ ਫਿਰ ਸਿੱਖ ਸੋਚਦਾ ਵੀ ਕਿਹੜੇ ਦਿਨ ਨੂੰ ਚੰਗਾ ਆਖਾਂ, ਕਿਉਂਕਿ ਮੈਂ ਤੇ 2-4 ਦਿਨ ਵਾਲਾ ਹੀ ਸਿੱਖ ਹਾਂ। ਗੁਰੂ ਪਾਤਸ਼ਾਹ ਮਿਹਰ ਕਰੇ, ਭਾਵੇਂ ਘਰ ਵਿੱਚ ਬੈਠਾ ਗੁਰਬਾਣੀ ਨਾਲ ਜੁੜਿਆ ਹੋਵੇ, ਨਿਤਨੇਮ ਜਪਜੀ ਸਾਹਿਬ ਦਾ ਪਾਠ ਘੱਟ ਤੋਂ ਘੱਟ, ਰਹਿਰਾਸ ਸਾਹਿਬ ਦੀ ਬਾਣੀ ਦਾ ਪਾਠ, ਗੁਰੂ ਕੀ ਬਾਣੀ ਦਾ ਵਿਚਾਰ। ਅੱਜ ਤੇ ਇਲੈਕਟ੍ਰੋਨਿਕ ਮੀਡੀਆ ਦੇ ਰਾਹੀਂ, ਮੀਡੀਆ ਦਾ ਯੁੱਗ ਹੈ, ਬੰਦਾ ਜਿੱਥੇ ਮਰਜ਼ੀ ਬੈਠਾ ਹੋਇਆ ਗੁਰਮਤਿ ਗਿਆਨ ਪ੍ਰਾਪਤ ਕਰ ਸਕਦਾ ਹੈ। ਗੁਰੂ ਪਾਤਸ਼ਾਹ ਮਿਹਰ ਕਰੇ। ਅਗਲਾ ਲਫ਼ਜ਼ ਹੈ ਸ਼ਰਾਧ, ਪਿੱਤਰ, ਖਿਆ। ਇਹ ਸਾਰੇ ਮ੍ਰਿਤਕ ਸੰਸਕਾਰ ਨਾਲ ਸੰਬੰਧਿਤ ਨੇ। ਜਦੋਂ ਮ੍ਰਿਤਕ ਸੰਸਕਾਰ ਦੀ ਵਿਚਾਰ ਆਵੇਗੀ ਆਪਾਂ ਬਹੁਤਾ ਵਿਸਥਾਰ ਉਦੋਂ ਕਰਾਂਗੇ, ਪਰ ਟੂਕ ਮਾਤਰ ਬੇਨਤੀ ਕਰਦਾ ਜਾਵਾਂ। ਸ਼ਰਾਧ ਕਹਿੰਦੇ ਨੇ ਸ਼ਰਧਾ ਨਾਲ ਕੀਤੇ ਹੋਏ ਕਰਮ। ਸ਼ਰਧਾ ਕਿਹੜੀ? ਆਪਣੇ ਮਰੇ ਹੋਏ ਪਿਤਰਾਂ ਦੇ ਨਿਮਿਤ ਬ੍ਰਾਹਮਣ ਨੂੰ ਭੋਜਨ ਖਵਾਉਣਾ, ਵਸਤਰ ਦੇਣੇ, ਤੇ ਦੂਜੇ ਲਫ਼ਜ਼ਾਂ ਵਿੱਚ ਸਾਡੇ ਸਿੱਖਾਂ ਦੇ ਮੁਤਾਬਕ ਭਾਈਆਂ, ਕੀਰਤਨੀਆਂ, ਕਥਾਵਾਚਕਾਂ ਨੂੰ ਖਵਾਉਣਾ, ਇੱਕੋ ਹੀ ਗੱਲ ਹੈ। ਇਸ ਢੰਗ ਦੇ ਨਾਲ ਮਰੇ ਹੋਏ ਪਿਤਰਾਂ ਦੇ ਸੰਬੰਧੀ ਵਸਤਰ ਭੇਟ ਕਰਨੇ ਤੇ ਪ੍ਰਸ਼ਾਦ ਪਾਣੀ ਛਕਾਉਣਾ, ਇਹਦਾ ਨਾਮ ਸ਼ਰਾਧ ਹੈ। ਇਹਦੀਆਂ 3 ਸ਼੍ਰੇਣੀਆਂ ਨੇ। ਇਹਦੇ ਵਿੱਚ ਇੱਕ ਹੈ ਵੀ ਕਿਆ, ਖਿਆਈ, ਦੂਸਰਾ ਪਾਰਵਣ, ਤੀਸਰਾ ਮਹਾਲਿਆ। 3 ਤਰ੍ਹਾਂ ਦਾ ਸ਼ਰਾਧ ਹੁੰਦਾ ਹੈ। ਤੇ ਜਿਹੜਾ ਹੁੰਦਾ ਹੈ ਖਿਆਈ, ਕਿਉਂਕਿ ਇੱਥੇ ਲਫ਼ਜ਼ ਖਿਆ ਵੀ ਆਇਆ, ਸ਼ਰਾਧ ਵੀ ਆਇਆ, ਪਿੱਤਰ ਵੀ ਆਇਆ। ਪਿੱਤਰ ਲਫ਼ਜ਼ ਦੇ ਸੰਬੰਧ ਵਿੱਚ ਬੇਨਤੀ ਕਰਾਂ, ਮਰੇ ਹੋਏ ਪ੍ਰਾਣੀ ਨੂੰ ਪਿੱਤਰ ਭਾਵ ਪ੍ਰੇਤ ਕਹਿੰਦੇ ਨੇ। ਪਿੱਤਰ ਦਾ ਅਰਥ ਹੈ ਪ੍ਰੇਤ। ਦੂਸਰਾ ਉਹਦੇ ਨਿਮਿਤ ਕੀਤੇ ਜਾਣ ਵਾਲੇ ਸ਼ਰਾਧ ਦੇ ਵਿੱਚ ਖਿਆ ਦਾ ਭਾਵ ਹੁੰਦਾ ਹੈ ਜਿਹੜੀ ਮਿਤੀ ਨੂੰ, ਜਿਹੜੇ ਮਹੀਨੇ ਵਿੱਚ ਪ੍ਰਾਣੀ ਚੜ੍ਹਾਈ ਕੀਤਾ ਹੈ,
ਉਹਦੇ ਉਸ ਮਹੀਨੇ ਜਾਂ ਉਸ ਦਿਨ ਕਿਸੇ ਨੂੰ ਪ੍ਰਸ਼ਾਦਾ ਛਕਾਉਣਾ, ਬਸਤਰ ਦੇਣੇ, ਇਸ ਤਰ੍ਹਾਂ ਦਾ ਕਰਮ ਜਿਹੜਾ ਉਹ ਖਿਆ ਕਰਕੇ ਮੰਨਿਆ ਜਾਂਦਾ। ਸ਼ਰਾਧ ਦੀ ਇੱਕ ਸ਼੍ਰੇਣੀ ਹੈ। ਪਾਰਵਣ ਕਹਿੰਦੇ ਨੇ ਜਿਵੇਂ ਪੂਰਨਮਾਸੀ ਮੱਸਿਆ ਵਾਲੇ ਦਿਨ ਮਰੇ ਹੋਏ ਪ੍ਰਾਣੀ ਦੇ ਮੁਤਾਬਕ ਇਹ ਕਰਮ ਕੀਤੇ ਜਾਣੇ, ਉਹਦੇ ਨਿਮਿਤ ਉਹਨੂੰ ਪਾਰਵਣ ਕਹਿੰਦੇ ਨੇ। ਤੇ ਮਹਾਲਿਆ ਕਹਿੰਦੇ ਨੇ ਅਸੂ ਮਹੀਨੇ ਵਿੱਚ ਜਦੋਂ ਸ਼ਰਾਧਾਂ ਦਾ ਬੜਾ ਜ਼ੋਰ ਹੁੰਦਾ ਹੈ, ਉਹਨਾਂ ਦਿਨਾਂ ਵਿੱਚ ਮਰੇ ਹੋਏ ਪ੍ਰਾਣੀ ਦੇ ਨਿਮਿਤ ਇਸ ਤਰ੍ਹਾਂ ਦੇ ਕਰਮ ਕਾਂਡ ਕਰਨ ਨੂੰ ਸ਼ਰਾਧ ਪਿੱਤਰ ਖਿਆ, ਇਸ ਤਰ੍ਹਾਂ ਦੇ ਕਰਮ ਮੰਨਿਆ ਜਾਂਦਾ ਹੈ। ਇਹ ਹਿੰਦੂ ਧਰਮ ਦੇ ਮੁਤਾਬਕ। ਸਿੱਖਾਂ ਦੇ ਮੁਤਾਬਕ ਇਹਦੀ ਵਿਚਾਰ ਕੀ ਹੈ? ਗੁਰੂ ਸਾਹਿਬ ਆਖਦੇ ਨੇ ਕਿ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ, ਉਹਦੀ ਮ੍ਰਿਤਕ ਸਰੀਰ ਦੇਹ ਨੂੰ ਸੰਭਾਲਣਾ ਯੋਗ ਤਰੀਕੇ ਨਾਲ ਇੱਕ ਜਾਇਜ਼ ਕਰਮ ਹੈ। ਪਰ ਉਹਦੇ ਨਿਮਿਤ ਜਿਹੜੇ ਬਸਤਰ, ਪੈਸੇ, ਭੋਜਨ ਇਤਿਆਦਿਕ ਦਾਨ ਕਰਨੇ ਕਿ ਉਹਨੂੰ ਕੁਝ ਮਿਲ ਜਾਏਗਾ, ਇਹ ਇੱਕ ਭਰਮ ਹੈ। ਗੁਰਮਤਿ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਕਿਸੇ ਦੇ ਨਿਮਿਤ ਕੀਤਾ ਹੋਇਆ ਦਾਨ ਕਿਸੇ ਦਾ ਕੁਝ ਨਹੀਂ ਸਵਾਰ ਸਕਦਾ। ਬੰਦੇ ਦਾ ਆਪਣੇ ਹੱਥ ਨਾਲ ਕੀਤਾ ਹੋਇਆ ਭਲਾ ਕਰਮ, ਜਪਿਆ ਹੋਇਆ ਨਾਮ ਉਹਦੇ ਜੀਵਨ ਨੂੰ ਸਫਲ ਬਣਾ ਸਕਦਾ ਹੈ। ਪਰ ਉਹਦੇ ਨਿਮਿਤ ਭਾਵੇਂ ਦੂਜਿਆਂ ਵੱਲੋਂ ਕੁਝ ਵੀ ਕੀਤਾ ਜਾਵੇ, ਕਿੱਡੇ ਵੀ ਵੱਡੇ ਧਾਰਮਿਕ ਕਰਮ ਦਾ ਨਾਂ ਲੈ ਕੇ, ਉਹਦੀ ਕੋਈ ਗੁਰਮਤਿ ਵਿੱਚ ਮਹਾਨਤਾ ਨਹੀਂ ਹੈ। ਇੱਥੇ ਤੇ ਬਹੁਤ ਸਪਸ਼ਟ ਹੈ ਕਿ ਆਪੇ ਬੀਜ ਆਪੇ ਹੀ ਖਾ, ਜੋ ਬੀਜਣਾ ਉਹ ਤੈਨੂੰ ਪ੍ਰਾਪਤ ਹੋਣਾ। ਇਸ ਲਈ ਗੁਰੂ ਸਾਹਿਬ ਕਹਿੰਦੇ ਨੇ ਇਹ ਸਿਧਾਂਤ ਬਹੁਤ ਸਪਸ਼ਟ ਹੈ ਕਿ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਇਸ ਕਾਰਜ ਨੂੰ ਆਪ ਆਪਣੇ ਜੀਵਨ ਦੇ ਕਾਰਜ ਨੂੰ ਸਵਾਰਨਾ ਪੈਂਦਾ ਹੈ। ਹਾਂ, ਕਿਸੇ ਜਦੋਂ ਆਪਣੇ ਹੱਥੀਂ ਕਿਸੇ ਸਰੀਰ ਦਾ ਸੰਸਕਾਰ ਕਰ ਦਿੱਤਾ ਗਿਆ ਹੈ, ਸਰੀਰ ਨੂੰ ਭੋਜਨ ਦੀ ਲੋੜ ਹੈ, ਸਰੀਰ ਨੂੰ ਵਸਤਰਾਂ ਦੀ ਲੋੜ ਹੈ, ਸਰੀਰ ਨੂੰ ਗਰਮੀ ਸਰਦੀ ਮਹਿਸੂਸ ਹੁੰਦੀ ਹੈ। ਪਰ ਜਿਸ ਮਨੁੱਖ ਦਾ ਆਪਣੇ ਵਡੇਰੇ ਦਾ ਜਾਂ ਪਰਿਵਾਰ ਦੇ ਜੀਅ ਦਾ ਜਦੋਂ ਵੀ ਕਦੀ ਐਸਾ ਸੁਭਾਅ ਬਣਿਆ ਕਿ ਪ੍ਰਮਾਤਮਾ ਦਾ ਸੱਦਾ ਆਇਆ, ਅਸੀਂ ਹੱਥੀਂ ਉਹਨੂੰ ਅਗਨ ਭੇਟ ਕਰ ਆਏ ਆ, ਸਾਨੂੰ ਪਤਾ ਵੀ ਸਰੀਰ ਸੜ ਗਿਆ, ਫਿਰ ਨਾ ਉਹਨੂੰ ਭੋਜਨ ਦੀ ਲੋੜ ਹੈ, ਨਾ ਪਾਣੀ ਦੀ ਲੋੜ ਹੈ, ਨਾ ਵਸਤਰ ਦੀ ਲੋੜ ਹੈ, ਪਰ ਫਿਰ ਵੀ ਉਹਦੇ ਨਿਮਿਤ ਸਾਰਾ ਕੁਝ ਕੀਤਾ ਜਾਂਦਾ ਹੈ। ਗੁਰਮਤਿ ਦੇ ਮੁਤਾਬਕ ਜੇ ਮ੍ਰਿਤਕ ਸਰੀਰ ਨੂੰ ਲੋੜ ਹੈ ਤੇ ਸਿਰਫ ਯੋਗ ਸੰਭਾਲ ਦੀ। ਜਿਸ ਨੇ ਸਾਡੇ ਪਰਿਵਾਰ ਵਿੱਚ ਰਹਿ ਕੇ ਸਾਡੇ ਨਾਲ ਪਿਆਰ ਵੰਡਿਆ, ਸਾਡੇ ਨਾਲ ਉਹਨੇ ਆਪਣੇ ਜੀਵਨ ਦੇ ਪਲ ਸਾਂਝੇ ਕੀਤੇ, ਸਾਡੇ ਵਾਸਤੇ ਕਮਾਈ ਕੀਤੀ, ਬਿਲਕੁਲ ਠੀਕ ਹੈ ਵੀ ਅਸੀਂ ਯੋਗ ਸੰਭਾਲ ਸਤਿਕਾਰ ਨਾਲ ਉਹਦਾ ਸੰਸਕਾਰ ਹੋਵੇ, ਇੱਕ ਜਾਇਜ਼ ਬਾਤ ਹੈ। ਔਰ ਸਰੀਰ ਨੂੰ ਸੰਭਾਲਣ ਦੀ ਕਿਰਿਆ ਵੀ ਵੱਖ-ਵੱਖ ਧਰਮਾਂ ਦੀ ਵੱਖਰੀ ਵੱਖਰੀ ਹੈ। ਕੁਝ ਅਗਨ ਭੇਟ ਕਰਦੇ ਨੇ, ਕੁਝ ਖੂਹਾਂ ਤੇ ਰੱਖ ਕੇ ਪੰਛੀਆਂ ਪਰਿੰਦਿਆਂ ਨੂੰ ਖਵਾ ਦਿੰਦੇ ਨੇ, ਕੁਝ ਪਾਣੀ ਵਿੱਚ ਰੋੜ ਦਿੰਦੇ ਨੇ, ਕੁਝ ਕਬਰ ਵਿੱਚ ਦਬਾ ਦਿੰਦੇ ਨੇ। ਗੁਰੂ ਨਾਨਕ ਸਾਹਿਬ ਆਖਦੇ ਨੇ ਇਹ ਸਰੀਰ ਨੂੰ ਸੰਭਾਲਣ ਦਾ ਆਪਣੇ ਆਪਣੇ ਧਰਮ ਮੁਤਾਬਕ ਤਰੀਕਾ ਹੈ ਤੇ ਸਰੀਰ ਮ੍ਰਿਤਕ ਲਾਸ਼ ਨੂੰ ਸੰਭਾਲਿਆ ਜਾ ਸਕੇ ਯੋਗ ਤਰੀਕੇ ਨਾਲ। ਪਰ ਇਸ ਕਰਮ ਦਾ ਕਿਸੇ ਖਾਸ ਧਰਮ ਨਾਲ ਕੋਈ ਸੰਬੰਧ ਨਹੀਂ ਹੈ ਕਿ ਜੇ ਉਹਦਾ ਸੰਸਕਾਰ ਕੀਤਾ ਜਾਏਗਾ ਤੇ ਤਾਂ ਹੀ ਉਹ ਆਤਮਾ ਰੱਬ ਵਿੱਚ ਲੀਨ ਹੋਏਗੀ, ਜੇ ਉਹਨੂੰ ਦਬਿਆ ਜਾਏਗਾ ਤਾਂ ਲੀਨ। ਗੁਰੂ ਸਾਹਿਬ ਦੀ ਬਾਣੀ ਦਾ ਵਾਕ ਹੈ, ਗੁਰੂ ਸਾਹਿਬ ਆਖਦੇ ਨੇ ਇੱਕ ਦੱਜਾ ਇੱਕ ਦੱਬੀ ਹੈ। ਦੱਜਾ ਕਹਿੰਦੇ ਨੇ ਸਾੜਨ, ਦੱਬੀ ਹੈ ਕਬਰ 'ਚ ਦਫਨਾਉਣਾ, ਮੁਸਲਮਾਨ ਵੀਰ ਤੇ ਈਸਾਈ ਦਫਨਾਉਂਦੇ ਨੇ। ਇੱਕ ਦੱਜਾ ਇੱਕ ਦੱਬੀ ਹੈ, ਇੱਕ ਨਾ ਕੁੱਤੇ ਖਾਏ, ਕੁੱਤੇ ਖਾਏ ਭਾਵ ਜਾਨਵਰ ਜਿਨ੍ਹਾਂ ਨੂੰ ਖਾ ਦਿੰਦੇ। ਕੋਈ ਇਸ ਤਰ੍ਹਾਂ ਦੇ ਵੀ ਹੈ ਵੀ ਜਿਨ੍ਹਾਂ ਦਾ ਮਾਸ, ਜਿਨ੍ਹਾਂ ਦੀ ਲਾਸ਼ ਨੂੰ ਜਾਨਵਰ ਹੀ ਖਾ ਜਾਣ। ਇੱਕ ਪਾਣੀ ਵਿੱਚ ਉਸੱਟੀ ਹੈ, ਇੱਕ ਭੀ ਫਿਰ ਹੱਸਣ ਪਾਏ, ਕਈ ਪਾਣੀ 'ਚ ਰੋੜ ਦਿੰਦੇ ਨੇ, ਐਸੀਆਂ ਵੀ ਵਿਚਾਰਾਂ ਹੈ। ਇੱਕ ਭੀ ਫਿਰ ਹੱਸਣ ਪਾਏ, ਹੱਸਣ ਕਹਿੰਦੇ ਨੇ ਪਾਰਸੀਆਂ ਦੇ ਉਸ ਸੁੱਕੇ ਹੋਏ ਖੂਹ ਨੂੰ। ਪਾਰਸੀ ਜਿਹੜੇ ਲੋਕ ਨੇ ਨਾ, ਉਹ ਮੁਰਦੇ ਨੂੰ ਨਾ ਪਾਣੀ 'ਚ ਰੋੜਦੇ ਨੇ, ਨਾ ਉਹਨੂੰ ਜਲਾਉਂਦੇ ਨੇ,
उन्होंने कुछ खूह बनाए हुए ने सुके हुए, उहदे उपर एक उन्होंने सिस्टम जिहा बनाया जिहदे उत्ते लाश नूं रख दिंदे ने। वो कावां इल्ला इत्यादि जिहड़े जानवर आके उहदा मांस खा दिंदे ने। जिहड़े पारसी लोग ने वो इवें करदे ने, उन्हां दा अपना तरीका है। पर गुरु साहब आखते ने इहदा धर्म नाल कोई संबंध नहीं है। गुरु साहब दा ते फरमान है कि नानक एव ना जापई किथे जाए समाए। कोई पता नहीं भी आत्मा किथे जाती है। शरीर नूं संस्कार करता है, पानी च रोड़िया जां पारसियां ने खूहां ते रख के जानवरां नूं खवा दिता है। उन्हां दा हो सकदा भाव होवे भी ये जिहड़ी देह है लोकां इन्हां पंछियां दा परिंदियां दा खाज बने, पर उपकार दा सोचदे होणगे। जिवें भी कह लो उन्हां दे धर्म दी रस्म है। हिंदू धर्म वाले ज़्यादातर संस्कार करते हैं, सिख भी संस्कार करते हैं। इत्थे सेहत वाले पक्ष का मसला है कि किसी की मृतक देह की संभाल ढंग नाल हो जाती है। उंज गुरमत दे जदों आपां मृतक संस्कार की विचार करांगे, विस्तार नाल बात होएगी कि जिथे संस्कार का प्रबंध ना हो सके पानी च भी रोड़िया जा सकता, कोई भरम नहीं है। ये साडी सिख रहत मर्यादा विच लिखिया होया है। जदों मृतक संस्कार का विषा आवेगा आपां होर ज़्यादा इहनूं खोलण का यतन करांगे। सो गुरु पातशाह मेहर करन, ये मृतक संस्कार नाल संबंधित कुछ कर्म ने जिहड़े श्राद्ध, पितर, खिया, पिंड पत्तल, दीवा इत्यादि कर्म ने। सवाओ इन्ने शब्द प्रवान करने। अगली विचार आपां पिंड पत्तल, दीवा, क्रिया कर्म, होम जग इत्यादि जिहड़े भरम वहम ने ना सिखां दे विच भी कुछ घर कर चुके ने। गुरमत ज्ञान की रोशनी ना होने करके इन्हां दी आपां इसी तरह लड़ीवार विचार नाल जुड़े रहांगे और नाल दी नाल अपना मन भी बनाउणा है कि जदों गुरमत सिद्धांत की गल सुन लई है तो हौली हौली छड्डण दा भी यतन करिए। क्योंकि विचार करन ते सुनन दा फायदा ते तां ही है ना जे आपां नूं प्रवान भी करिए, अपने जीवन में लागू भी करिए। होइयां भुलां चुकां दी खिमा। वाहिगुरू जी का खालसा, वाहिगुरू जी की फतेह।